आओ बड़े प्यार और सत्कार दे नाल इस स्थान ते चल रही लड़ीवार श्री गुरु पंथ प्रकाश ग्रंथ की कथा विचार सो श्रवण करके लाहा प्राप्त करो। कल प्रसंग श्रवण कर चुके हो। कानू मान के शंभ के विचों निकले विपता के मारी सिंह कुछ तो रावी पार करके तती रेता च पैर साड़ते माझे थानी होंदे मालवे में निकल गए। कुछ जोड़े पहाड़ी चढ़े पहाड़ियां ने उन्होंने मदद नहीं की, ना कुछ खाण पीन को देंदे ने, ना कुछ मुल देंदे ने, ना रहन देंदे ने, ना बहन देंदे, ना खलोण देंदे ने। सिंह बड़े औखे हुए हैं। जे उन्होंने लुटते ने कुटते ने तो रौला पैंदा, राजे को शिकायत लाते हैं। इस तरह विपता का समा बनया हुआ सिंघां ते। इस तो अगला प्रसंग श्रवण करो। उच्चारण करो जी सतनाम श्री वाहिगुरु जी। सतनाम श्री वाहिगुरु जी। बहुतन देख जो जावे बाज। जदों ਸਿੰਘਾਂ ਦੀ ਗਿਣਤੀ ਬਹੁਤੀ ਵੇਖਦੇ ਨੇ ਤਾਂ ਪਹਾੜੀ ਲੋਕ ਵੇਖ ਕੇ ਭੱਜ ਜਾਂਦੇ ਹਨ। ਥੋੜਨ ਕੋ ਲੁੱਟ ਕਰੇ ਇਲਾਜ। ਸਿੰਘ ਜਦੋਂ ਥੋੜੇ ਪਹਾੜੀਆਂ ਨੂੰ ਮਿਲਦੇ ਨੇ ਉਹਨਾਂ ਦਾ ਇਲਾਜ ਵੀ ਕਰ ਜਾਂਦੇ ਨੇ, ਉਹਨਾਂ ਨੂੰ ਲੁੱਟ ਵੀ ਲੈਂਦੇ, ਉਹਨਾਂ ਦਾ ਬੰਦੋਬਸਤ ਵੀ ਕਰ ਜਾਂਦੇ, ਚੰਗਾ ਚਾੜਾ ਵੀ ਛਕਾ ਦਿੰਦੇ ਹਨ। ਕੋ ਨਾ ਰਾਜਾ ਧਰਾਵੇ। कोई ऐसा राजा नहीं रह गया जिहड़ा ਸਿੰਘਾਂ ਨੂੰ धीरज देवे, कोई नहीं। सो ਸਿੰਘੋ जे तुहाडे ते मुसीबत बनी है कोई नहीं सहायता करता या राशन पानी देवे, कोई ऐसा कोई भी नहीं है। ओ ना राजा गैल छुड़ावे। कोई भी जिहड़ा राजा है वो ऐसा नहीं रह गया जिहड़ा कि होके तुरकां नूं रोके। भी क्यों पिछा करते तुरे आउंदे हो तुसीं ਸਿੰਘਾਂ ਦਾ? जाणदे हो इन्हां कोल किहड़ा कोई लड़न दा कोई साज है? कोई राजा पिछा नहीं छुड़ाउंदा ਸਿੰਘਾਂ ਦਾ। तब ਸਿੰਘਨ ने ਭੇਖ ਵਟਾਇਓ। हुण चारा तां कोई रह नहीं गया, लड़ सकदे नहीं क्योंकि मरदे ने ते खाण नूं कोई दिंदा नहीं, ना मुੱਲ ते ना जबरदस्ती, ते भज भी नहीं सकते, रहन भी नहीं कोई दिंदा। तद ਸਿੰਘਾਂ ने अपना उपरला लिबास बदल लिया है, जैसा देश वैसा भेष। किसन बांध सिर जट ठहरायो। ਸਿੰਘਾਂ ने कशहरे उतां चढ़ा के ते उत्ते लंगोटियां कस लईआं, साधु बन गए। कशहरे लाए भी नहीं पर उन्होंने लगा लिया लंगोटियां दे हेठा। ते ਜਿਹੜੇ ਕੇਸ ਸਨ ਉਹਨਾਂ ਦੀਆਂ ਜੜਾਵਾਂ ਬਣਾ ਲਈਆਂ, ਸਾਧੂ ਬਣ ਗਏ, ਵਿਭੂਤੀਆਂ ਸਰੀਰ ਚੜਾ ਲਈਆਂ। ਇਹੋ ਜਿਹਾ ਭੇਸ ਬਦਲਿਆ ਸਿੰਘਾਂ ਨੇ। ਜਾਕਰ ਹੋਨੇ ਕਰੇ ਬਣਾਏ। ਕਈਆਂ ਨੇ ਨੌਕਰਾਂ ਵਾਲੇ ਭੇਸ ਬਣਾ ਲਏ ਨੇ ਕਿ ਸਾਨੂੰ ਨੌਕਰ ਰੱਖ ਲਓ, ਅਸੀਂ ਤੁਹਾਡਾ ਕੰਮ ਕਰਾਂਗੇ। ਮੰਡੀ ਕੁੱਲੂ ਲਾਓ ਪਹਿਚ ਪਹੁੰਚਾਏ ਜਾਏ। ਪਹੁੰਚਿਓ ਜਾਏ ਸਿੰਘ ਪਹਾੜਾਂ ਨੂੰ ਚੜ੍ਹਦੇ ਕੁੱਲੂ ਤੇ ਮੰਡੀ ਤੱਕ ਜਾ ਪਹੁੰਚੇ ਨੇ। ਇੱਥੋਂ ਤੱਕ ਆ ਪਹੁੰਚਿਆ ਹੈ ਖਾਲਸਾ। ਔਰ ਰਾਣੀ ਕੋ ਨਕਟੀ ਕਹਾਵੇ। ਅਤੇ ਪਹਾੜ ਵਿੱਚ ਇੱਕ ਨਕਟੀ ਰਾਣੀ ਸੀਗੀ, ਨਕਟੀ ਕਹਾਉਂਦੀ ਸੀ। ਖਾਲਸਾ ਉਸ ਦੀ ਰਿਆਸਤ ਦੇ ਵਿੱਚ ਪਹੁੰਚਿਆ ਹੈ। ਇਹ ਥਾਂ ਜਾਏ ਦਿਨ ਕੱਟੈ ਸੁਖਾਵੇ। ਖਾਲਸੇ ਨੇ ਸੋ ਉਹਨੇ ਰਾਣੀ ਨੇ ਸਿੰਘਾਂ ਦਾ ਆਦਰ ਕੀਤਾ, ਰਾਸ਼ਨ ਪਾਣੀ ਵੀ ਉਹਨੇ ਦਿੱਤਾ, ਸੇਵਾ ਵੀ ਕੀਤੀ ਸਿੰਘਾਂ ਦੀ। ਇਸ ਨਕਟੀ ਰਾਣੀ ਦੇ ਰਾਜ ਵਿੱਚ ਉਸ ਦਾ ਸਿੰਘਾਂ ਨੇ ਸੁੱਖ ਨਾਲ ਦਿਨ ਕੱਟੇ ਹਨ। ਐਸੇ 5-6 ਕੱਟੇ ਮਹੀਨੇ। ਇਸ ਤਰ੍ਹਾਂ 5-6 ਮਹੀਨੇ ਪਹਾੜਾਂ ਦੇ ਵਿੱਚ ਖੁਆਰ ਹੋਇਆ ਹੈ ਖਾਲਸਾ। ਇਸ ਤਰ੍ਹਾਂ 5 ਮਹੀਨੇ ਬਤੀਤ ਕੀਤੇ ਹਨ ਸਿੰਘਾਂ ਨੇ। ਫਿਰ ਮੁੜ ਆਏ ਕੀਰਤਪੁਰੀ। में
ਬਾਕੀ ਬਚੇ ਹੋਏ ਸਿੰਘ ਫਿਰ ਮੁੜ ਕੇ ਸ੍ਰੀ ਕੀਰਤਪੁਰ ਸਾਹਿਬ ਆ ਗਏ ਹਨ। ਦੋਹਰਾ ਜੋ ਬਚਿਓ ਇਸ ਮੌਤ ਤੇ ਵਿੱਚ ਪਹੁੰਚ ਪਹਾੜੀ ਔਖ। ਜਿਹੜੇ ਇਸ ਸਮੇਂ ਮੌਤ ਤੋਂ ਸਿੰਘ ਬਚੇ ਨੇ ਤੇ ਪਹਾੜਾਂ ਵਿੱਚ ਔਖੇ ਦਿਨ ਕੱਟ ਲਏ ਨੇ, ਬੜੇ ਹੀ ਮੁਸੀਬਤਾਂ ਭਰੇ ਦਿਨ ਕੱਟੇ ਹਨ। ਕੀਰਤਪੁਰ ਫਿਰ ਆ ਪੁੱਜੇ ਜੇ ਕਉ ਬਚਿਓ ਚੌਖ। ਜੇ ਕੋਈ ਚੌਖਿਆਂ ਵਿੱਚੋਂ ਥੋੜੇ ਜਿਹੇ ਬਚ ਗਏ ਨੇ, ਕਿਉਂਕਿ ਹਜ਼ਾਰਾਂ ਹੀ ਸੀਗੇ, ਉਹ ਸਿੰਘ ਕੀਰਤਪੁਰ ਆ ਪੁੱਜੇ ਨੇ। ਇਹ ਖਾਲਸੇ ਦੀ ਬੜੀ ਭਾਰੀ ਮੁਸੀਬਤ, ਜਿਹਨੂੰ ਛੋਟਾ ਘੱਲੂਘਾਰਾ, ਕਾਨੂੰ ਮਾਣ ਵਾਲਾ ਕਹਿੰਦੇ ਨੇ, ਇਹ ਸਭ ਤੋਂ ਸਮਝ ਲਓ ਵੀ ਵੱਡਾ ਘੱਲੂਘਾਰਾ ਸੀਗਾ। ਵੱਡੇ ਘੱਲੂਘਾਰੇ ਵਿੱਚ ਅਹਿਮਦ ਸ਼ਾਹ ਦਾ ਟੱਕਰਾ ਹੋਇਆ ਸਿੰਘਾਂ ਦਾ। ਇੱਕ ਦਿਨ ਵਿੱਚ 20,000 ਸਿੰਘ ਸ਼ਹੀਦ ਹੋਇਆ। ਕੋਈ ਇੱਕ ਦਿਨ ਦੀ ਲੜਾਈ ਸੀ। ਇਸ ਵਿੱਚ 6 ਮਹੀਨੇ ਹੋ ਗਏ ਨੇ ਲੜਦਿਆਂ ਫਿਰਦਿਆਂ, ਭੁੱਖ ਦਾ ਦੁੱਖ ਕੱਟਿਆ ਹੈ। ਇਹ ਲਖਪਤ ਰਾਏ ਨੇ ਵੈਰ ਘੁਮਾਇਆ ਆਪਦੇ ਭਰਾ ਦਾ। ਸਿੰਘਾਂ ਨੇ ਦਾ ਭਰਾ ਵੱਢ ਕੱਤਿਆ ਸੀਗਾ। ਇਹਨੇ ਫਿਰ ਸਹੁੰ ਖਾ ਲਈ ਵੀ ਮੈਂ ਸਿੰਘ ਨਹੀਂ ਕੋਈ ਛੱਡਣਾ ਸੀ। ਇਹ ਹਿੰਦੂ ਖੱਤਰੀ ਆਪਣਿਆਂ ਨੂੰ ਆਪਣੇ ਹੀ ਮਾਰਦੇ ਨੇ, ਬਗਾਨਿਆਂ ਦੀ ਕੀ ਜ਼ਰੂਰਤ ਕੋਈ ਦਬਾ ਜਾਏ। ਬਾਬੇ ਤਾਰੂ ਸਿੰਘ ਨੇ ਵੀ ਹਰ ਭਗਤ ਨਿਰੰਜਨੀਆ ਜੰਡਿਆਲੇ ਵਾਲੇ ਨੇ ਸ਼ਿਕਾਇਤ ਲਾ ਕੇ ਪਕੜਾਇਆ ਸੀਗਾ। ਇਹ ਸਿੰਘਾਂ ਨੂੰ ਰੋਟੀਆਂ ਖਵਾਉਂਦਾ, ਦੱਸ ਤੇਰੇ ਢਿੱਡ ਪੀੜ। ਅਗਲਾ ਆਪਦੇ ਘਰੋਂ ਖਵਾਉਂਦਾ, ਉਹਦੀ ਭੈਣ ਪਕਾ ਕੇ ਦਿੰਦੀ ਹੈ, ਆਪ ਟੋਕਰਾ ਸਿਰ ਤੇ ਚੁੱਕ ਕੇ। ਹੁਣ ਭਰਾਵਾਂ ਨੂੰ ਨਹੀਂ ਕੋਈ ਖਵਾਊਗਾ ਤੇ ਦੱਸੋ ਕਿਹਨੂੰ ਖਵਾਊਗਾ। ਇਸ ਤਰ੍ਹਾਂ ਆਪਣਿਆਂ ਨੂੰ ਹੀ ਆਪਣਿਆਂ ਨੇ ਮੰਨਿਆ। ਉਸ ਵਕਤ ਇਹ ਵੱਡਾ ਘੱਲੂਘਾਰਾ ਹੁੰਦਾ ਸੀਗਾ, ਉਹ ਮਾਲਵੇ 'ਚ ਹੋਇਆ ਤੇ ਇਹ ਕਾਨੂੰ ਮਾਣ ਦੀ ਛੰਭ ਵਾਲਾ ਹੈ, ਇਹਨੂੰ ਛੋਟਾ ਕਹਿੰਦੇ ਨੇ। ਇਸ ਤਰ੍ਹਾਂ ਛਠੇ ਮਹੀਨੇ ਲਿਖ ਚਿੱਠੇ ਸਿੰਘਨ ਭਇਓ ਮਿਲਾਨ। 6ਵੇਂ ਮਹੀਨੇ ਸਿੰਘਾਂ ਨੇ ਉਧਰ ਚਿੱਠੀ ਪੱਤਰ ਕੀਤੇ। ਇੱਕ ਜਿਹੜਾ ਜਥਾ ਮਾਲਵੇ 'ਚ ਗਿਆ ਸੀ ਸੁੱਖਾ ਸਿੰਘ ਦੇ ਨਾਲ ਦਾ, ਇਹ ਜਿਹੜੇ ਬਚੇ ਖੁਚੇ ਪਹਾੜਾਂ ਮਟਵਾਲੇ ਸੀਗੇ, ਸਿੰਘਾਂ ਦਾ ਆਪਸ ਵਿੱਚ ਫਿਰ ਮਿਲਾਪ ਹੋਇਆ ਹੈ। ਫਿਰ ਇਕੱਤਰਤਾ ਹੀ ਹੋਣ ਲੱਗੀ ਹੈ ਵਹੀਰ ਦੀ। ਜੋ ਬਚਿਓ ਆਓ ਮਰ ਗਇਓ ਆਈ ਤਬੈ ਪਛਾਨ। ਕਿਹੜਾ ਸਿੰਘ ਸ਼ਹੀਦ ਹੋ ਗਿਆ ਤੇ ਕਿਹੜਾ ਬਚਿਆ, ਫਿਰ ਪਹਿਚਾਨ ਆਈ ਹੈ ਕਿ ਕਿਹੜਾ ਸਿੰਘ ਸ਼ਹੀਦ ਹੋ ਗਿਆ, ਕਿਹੜਾ ਬਚ ਗਿਆ ਹੈ। ਚੌਪਈ ਆਪ ਸੁਣ ਫਿਰ ਸਭ ਹਨ ਕੀ ਬਾਤ। ਹੁਣ ਸਾਰੇ ਸਿੰਘਾਂ ਦੀ ਗੱਲ ਸੁਣੋ ਕਿ ਖਾਲਸਾ ਪੰਥ ਫਿਰ ਕਿਵੇਂ ਇਕੱਤਰ ਹੋਇਆ, ਜਿਨ੍ਹਾਂ ਨੇ ਐਡੀ ਦੁੱਖ ਭੁੱਖ ਸਹਾਰੀ ਹੈ। ਜਿਨ ਜਿਨ ਆਈ ਥੀ ਬਿਦਨ ਰਾਤ। ਜਿਨ੍ਹਾਂ ਸਿੰਘਾਂ ਦੇ ਮੌਤ ਦੀ ਰਾਤ ਆਈ ਸੀ, ਕਿੰਨੀਆਂ ਰਾਤਾਂ ਮੌਤ ਦੀਆਂ ਲੰਘੀਆਂ ਨੇ ਸਿੰਘਾਂ ਦੇ ਉੱਪਰ। ਜੋ ਜੰਗਲ ਮੈਂ ਪੁੱਜੇ ਸੋ ਬਾਚੇ। ਜਿਹੜੇ ਸਿੰਘ ਜੰਗਲ ਦੇਸ਼ ਵਿੱਚ ਆ ਗਏ ਸਨ ਭਾਈ ਸੁੱਖਾ ਸਿੰਘ ਨਾਲ, ਉਹ ਤਾਂ ਬਚ ਗਏ ਸਨ। ਕੁਝ ਕੁ ਮਾਝੇ ਵੜ ਲੋਕ ਮੁੜ ਹਾਚੇ। ਕੁਝ ਕੁ ਸਿੰਘ ਜਿਹੜੇ ਮਾਝੇ ਵਿੱਚ ਦਾਖਲ ਹੋ ਗਏ ਸਨ, ਉਹ ਲੋਕ ਛਿਪ ਕੇ ਬਘਿਆੜਿਆਂ ਦੀਆਂ ਖੁੱਡਾਂ ਵਿੱਚ, ਖੂਹਾਂ ਖਾਤਿਆਂ ਵਿੱਚ ਭੇਸ ਵਢਾ ਕੇ ਕਿ ਉਹਨਾਂ ਨਿਰਵਾਹ ਕੀਤਾ ਹੈ। ਕੁਝ ਕੁ ਮਾਝੇ 'ਚ ਵੜ ਕੇ ਲੋਕ ਛਿਪ ਕੇ ਮੁੜ ਪਰਤ ਆਏ ਸਨ। ਆਓ ਜੋ ਪੜੋਲ ਫੜੇ ਸੋ ਮਾਰੇ। ਅਤੇ ਜਿਹੜੇ ਪੜੋਲ ਨਗਰ ਕੋਲ ਫੜੇ ਗਏ ਸਨ ਸਿੰਘ, ਜਾਂ ਪਹਾੜੀਆਂ ਨੇ ਫੜ ਕੇ ਦਿੱਤਾ ਸੀ ਤੁਰਕਾਂ ਨੂੰ, ਉਹ ਤਾਂ ਸਭ ਦੇ ਸਭ ਮਾਰੇ ਗਏ। ਕਈ ਪਹਾੜਨ ਮੈਂ ਰਹੇ ਹਾਰੇ। ਕਈ ਪਹਾੜਾਂ ਵਿੱਚ ਹਾਰ ਕੇ ਰਹਿ ਗਏ ਨੇ ਸਿੰਘ, ਜਿਨ੍ਹਾਂ ਦੇ ਸਰੀਰ ਹੀ ਕੰਮ ਕਰਨ ਜੋਗੇ ਨਹੀਂ ਗਏ, ਜ਼ਖਮੀ ਸੀਗੇ। ਕਿਸੇ ਦੀ ਲੱਤ ਟੁੱਟ ਗਈ, ਕਿਸੇ ਦੀ ਬਾਂਹ ਟੁੱਟ ਗਈ, ਕੋਈ ਉਹ ਬਿਮਾਰੀ ਨੇ ਮਾਰ ਲਿਆ, ਦੋਨੋਂ ਦੋਨੋਂ ਵੀ ਰਹਿ ਗਏ। ਉਹਨਾਂ ਨੇ ਕਿਵੇਂ ਗਰੀਬੀ ਨਾਲ ਮੰਗ ਤੰਗ ਕੇ ਗੁਜ਼ਾਰਾ ਕੀਤਾ ਹੋਊਗਾ, ਉਹਦਾ ਕਰਤਾ ਪੁਰਖੀ ਜਾਣਦਾ। ਜੋ ਉਹਨਾਂ ਨੇ ਮੁਸੀਬਤ ਦੇ ਦਿਨ ਕੱਟੇ ਹੋਣਗੇ। ਬਹੁਤੇ ਜੇ ਹਲ ਵਸੂਲੀਆਂ ਕਰਕੇ। ਬਹੁਤੇ ਸਿੰਘ ਵਸੂਲੀ ਵਾਲਿਆਂ ਨੇ ਜੇਲ੍ਹਾਂ ਵਿੱਚ ਡੱਕ ਦਿੱਤੇ ਸਨ। ਹੱਥ ਹਥੌੜੀ ਗਲ ਟੰਕ ਭਰ ਕੇ। ਗਲਾਂ 'ਚ ਤੌੜ ਪਾ ਕੇ, ਹੱਥਾਂ 'ਚ ਹੱਥ ਕੜੀਆਂ ਪਾ ਕੇ ਸਿੰਘਾਂ ਦੇ ਉਹਨਾਂ ਨੂੰ ਜੇਲ੍ਹ 'ਚ ਸੁੱਟ ਦਿੱਤਾ ਸੀ। ਪਾਸ ਨਿਭਾਗ ਗਏ ਤੇ ਸਾਰੇ। ਉਹ ਸਾਰੇ ਸਿੰਘ ਲਾਹੌਰ ਦੇ ਨਵਾਬ ਸ਼ਾਹ ਨਵਾਜ਼ ਦੇ ਕੋਲ ਭੇਜ ਦਿੱਤੇ ਗਏ ਸਨ। ਉੱਠ ਕੇ ਸੀਸਨ
ਤਨ ਬੁਰਜ ਉਸਾਰੇ। ਲਾਹੌਰ ਵਿੱਚ ਉਹਨਾਂ ਸਿੰਘਾਂ ਦੇ ਸਿਰਾਂ ਦੇ ਬੁਰਜ ਉਸਾਰੇ ਗਏ ਸਨ। ਸਿਰ ਕੱਟ ਕੇ ਲਾਹੌਰ ਵਿੱਚ ਨੇਜਿਆਂ ਤੇ ਸਿੰਘਾਂ ਦੇ ਸਿਰ ਪਰੋ ਕੇ ਤੁਰਕ ਮੁਜ਼ਾਹਰੇ ਕਰਦੇ ਸਨ ਵੀ ਆਓ ਵੇਖੋ ਇੰਨੇ ਸਿੰਘਾਂ ਦੇ ਸਿਰ ਵੱਢ ਕੇ ਲਿਆਏ ਹਾਂ ਅਸੀਂ। ਗੱਡੀਆਂ ਦੇ ਗੱਡੇ ਊਠ ਲੱਦ ਕੇ ਸਿੰਘਾਂ ਦੇ ਸਿਰਾਂ ਦੇ ਨਵਾਬ ਨੂੰ ਵਿਖਾ ਕੇ ਇਨਾਮ ਲੈਂਦੇ ਸਨ ਤੇ ਆਪਣੀ ਸ਼ੋਹਰਤ ਕਰਦੇ ਸੀ। ਆਕੜ ਕੇ ਤੁਰਦੇ ਸਨ। ਤੁਰਕ ਫੜ ਕੇ ਪਹਾੜੀਆਂ ਨੇ ਦਿੱਤੇ, ਜੇਲ੍ਹ 'ਚ ਡੱਕ ਕੇ ਤੇ ਟੌਰ ਆਪਣੀ ਮਨਾਉਂਦੇ ਸਨ। ਬਚੇ ਸਿੰਘ ਕਿਛ ਹਿੱਸਾ ਥੋੜਾ। ਐਵੇਂ ਨਾਮ ਮਾਤਰ ਥੋੜਾ ਜਿਹਾ ਹਿੱਸਾ ਸਿੰਘਾਂ ਦਾ ਬਚਿਆ ਹੈ। ਰਹੇ ਉਹਨਾਂ ਦਿਨ ਪੈ ਚੜ੍ਹਨ ਘੋੜਾ। ਉਹਨਾਂ ਵਿਚਾਰਿਆ ਸਿੰਘਾਂ ਕੋਲ ਨਾ ਕੋਈ ਲੀੜਾ ਨਾ ਕੱਪੜਾ, ਚੜ੍ਹਨ ਵਾਸਤੇ ਉਹਨਾਂ ਕੋਲ ਕੋਈ ਘੋੜਾ ਦੁੱਖ ਸਵਾਰੀ ਵੀ ਨਾ ਰਹੀ, ਪੈਦਲ ਹੀ ਰਹਿ ਗਏ ਸਨ। ਬੜਾ ਬੁਰਾ ਹਾਲ ਹੋ ਗਿਆ ਸਿੰਘਾਂ ਦਾ। ਦੋਹਰਾ ਸੁੱਖਾ ਸਿੰਘ ਸੰਗ ਜੋ ਗਏ ਹਜ਼ਾਰ ਦੋਏ ਕੈ ਤੀਨ। ਭਾਈ ਸੁੱਖਾ ਸਿੰਘ ਦੇ ਨਾਲ ਜੋ 3000 ਸਿੰਘ ਜੋ ਜੈਤੋ ਦੇ ਇਲਾਕੇ ਵਿੱਚ ਗਿਆ ਸੀ। ਇਨ ਪੈ ਘੋੜੋ ਜੋ ਬਚਿਓ ਬੀਚ ਮਾਤਰ ਗਿਣਤੀ ਨਾ। ਇਹਨਾਂ ਸਿੰਘਾਂ ਕੋਲ ਜੇ ਕੋਈ ਘੋੜਾ ਬਚਿਆ ਤਾਂ ਉਹਨੂੰ ਨਾਮ ਮਾਤਰ ਅਸਲੋਂ ਥੋੜੇ ਗਿਣ ਲਵੋ। ਆ ਬਹੁਤ ਹੀ ਘੱਟ ਗਿਣਤੀ ਦੇ ਘੋੜੇ ਬਚੇ ਹਨ। ਚੌਪਈ ਕੂਕ ਹੈ ਮੋਏ 40,000। ਭਾਈ ਸਾਹਿਬ ਰਤਨ ਸਿੰਘ ਜੀ ਭੰਗੂ ਦੱਸਦੇ ਨੇ ਕਿ ਕੋਈ ਤਾਂ ਕਹਿੰਦੇ ਨੇ ਘੱਲੂ ਘਰ ਦੇ ਵਿੱਚ 40,000 ਸਿੰਘ ਮਰੇ ਸਨ। ਕੂਕ ਹੈ ਸਿੰਘ ਬਹੁ ਭਏ ਮਾਰ। ਕੋਈ ਇਹ ਕਹਿੰਦੇ ਸਨ ਕੋਈ ਗਿਣਤੀ ਨਹੀਂ, 40,000 ਨਹੀਂ, ਸਿੰਘ ਤਾਂ ਬਹੁਤ ਮਾਰੇ ਗਏ ਸੀਗੇ। ਸ਼ਹੀਦ ਸਿੰਘਾਂ ਦੀ ਗਿਣਤੀ ਤਾਂ ਇਸ ਤੋਂ ਕਿਤੇ ਜ਼ਿਆਦਾ ਹੈ। ਕੂਕ ਹੈ ਸਿੰਘ 40 ਸਾਰੇ। ਕੋਈ ਕਹਿੰਦੇ ਵੀ ਸਿੰਘ 40,000 ਹੀ ਸੀ, ਸਾਰੇ ਗਿਣਤੀ ਦੇ ਜ਼ਿਆਦਾ ਨਹੀਂ ਸਨ ਇਸ ਤੋਂ। ਤਿੰਨ ਮੈਂ ਬਚੇ 6-7 ਕੋ ਸਾਰੇ। 40,000 ਉਹਨਾਂ ਵਿੱਚੋਂ 6-7 ਹਜ਼ਾਰ ਬਚੇ ਸੀ, ਸਾਰੇ ਬਾਕੀ 40,000 ਦਾ 40,000 ਹੀ ਸ਼ਹੀਦ ਹੋ ਗਿਆ ਸੀ। ਕਈ ਲਿਖਾਰੀ ਇਸ ਤਰ੍ਹਾਂ ਕਹਿੰਦੇ ਨੇ। ਕੂਕ ਹੈ ਦਲ ਆਹੇ 50। ਕੋਈ ਕਹਿੰਦਾ ਕਿ ਸਾਰੇ ਬੁੱਢੇ ਦਲ ਦੀ ਗਿਣਤੀ 50,000 ਸੀ। ਤਿੰਨ ਮੈਂ ਭਇਓ 40 ਕੋ ਨਾਸ। ਉਹਨਾਂ 50,000 ਦੇ ਦਲ ਪੰਥ ਵਿੱਚੋਂ 40,000 ਦਾ ਤਾਂ ਨਾਸ਼ ਹੋ ਗਿਆ। ਤੇ ਸੋ 40,000 ਸਿੰਘ ਸਿੰਘਣੀਆਂ ਸ਼ਹੀਦੀਆਂ ਪਾ ਗਏ ਤੇ ਬਾਕੀ 5-7 ਬਚ ਗਏ। ਕੂਕ ਹੈ ਸਿੰਘ ਹੋਤੇ ਕਨੇ। ਕੋਈ ਕਹਿੰਦਾ ਆਪੋ ਆਪਣੀ ਮਤ ਅਨੁਸਾਰ ਇਹ ਸਿੰਘ ਤਾਂ ਇਸ ਤੋਂ ਬਹੁਤ ਜ਼ਿਆਦਾ ਸਨ, ਉਹਨਾਂ ਦੀ ਕੋਈ ਗਿਣਤੀ ਨਹੀਂ ਸੀ ਹੋ ਸਕਦੀ। ਭਾਰਤ ਨਹੀਂ ਜੇ ਕੂਏ ਕਨੇ। ਜੋ ਸਿੰਘ ਮਰੇ ਨੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਸੋ ਲਿਖ ਦੀਨੀ ਜੋ ਹਮ ਸੁਨੀ। ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਜਿਵੇਂ ਜਿਵੇਂ ਮੈਂ ਸਿੰਘ ਤੋਂ ਸੁਣਿਆ ਉਹ ਲਿਖ ਦਿੱਤਾ ਹੈ। ਭਾਰਤ ਨਹੀਂ ਕੁਛ ਗਿਣਤੀ ਗਨੀ। ਇਸ ਲਈ ਉਹਨਾਂ ਸਿੰਘਾਂ ਦੀ ਸਹੀ ਗਿਣਤੀ ਨਹੀਂ ਦੱਸੀ ਜਾ ਸਕਦੀ ਹੈ। ਜੇ ਆਪਾਂ ਗਿਣਤੀ ਕਰੀਏ ਜੋ ਮੋਹੇ ਪਿਤਾ ਤੂੰ ਮੋਹੇ ਸੁਨਾਇਓ। ਜੋ ਮੇਰੇ ਪਿਤਾ ਨੇ ਮੈਨੂੰ ਸੁਣਾਇਆ, ਜੋ ਉਸ ਮੁਸੀਬਤ ਵੇਲੇ ਪੰਥ ਦੇ ਨਾਲ ਸਨ। ਰਤਨ ਸਿੰਘ ਨੇ ਸੋ ਲਿਖਾਇਓ। ਮੈਂ ਰਤਨ ਸਿੰਘ ਨੇ ਉਹੀ ਅੱਗੇ ਲਿਖਾ ਦਿੱਤਾ ਹੈ। ਕੈਪਟਨ ਮਰੇ ਸਾਹਿਬ ਨੂੰ ਜੋ ਮੇਰੇ ਪਿਤਾ ਨੇ ਅੱਖੀਂ ਵੇਖਿਆ ਮੈਨੂੰ ਸੁਣਾਇਆ ਸੀ। ਦੋਹਰਾ ਸੰਮਤ 1800 ਤੋਂ ਉੱਪਰ। ਸੰਮਤ 1800 ਦੇ ਉੱਪਰ 300 ਸਾਲ। 3 ਸਾਲ ਉੱਪਰ ਯਾਨੀ 1803 ਦੀ ਸੰਮਤ ਬਿਕਰਮੀ ਦੀ ਉਸ ਵੇਲੇ ਦੀ ਇਹ ਘਟਨਾ ਹੈ। ਘੱਲੂ ਘਾਰੋ ਵਡ ਕਰਿਓ ਤੁਰਕਨ ਸਿੰਘਨ ਨਾਲ। ਤੁਰਕਾਂ ਨੇ ਸਿੰਘਾਂ ਨਾਲ ਵੱਡਾ ਘੱਲੂ ਘਾਰਾ ਕੀਤਾ ਹੈ। ਦੋਹਰਾ ਸ਼ਾਹ ਨਵਾਜ਼ ਗਰੂਰ ਪਵਦਿਓ ਸਿੰਘਨ ਕੋ ਤਬ ਮਾਰ। ਵੱਡੇ ਘੱਲੂ ਘਾਰੇ ਵਿੱਚ ਵੱਡੀ ਗਿਣਤੀ ਵਿੱਚ ਸਿੰਘਾਂ ਨੂੰ ਸ਼ਹੀਦ ਕਰਕੇ ਲਾਹੌਰ ਦੇ ਸੂਬੇਦਾਰ ਸ਼ਾਹ ਨਵਾਜ਼ ਨੂੰ ਬੜਾ ਭਾਰੀ ਗਰੂਰ ਹੰਕਾਰ ਵੱਧ ਗਿਆ ਹੈ। ਕਹਿ ਪਾਤਸ਼ਾਹੀ ਮੈਂ ਕਰੂੰ ਜਾ ਦਿੱਲੀ ਤਖਤ ਸੰਭਾਰ। ਸੋ ਇਹ ਅਮੀਰਾਂ ਵਜ਼ੀਰਾਂ
ਦਿੱਲੀ ਜਾ ਕੇ ਤਖਤ ਸੰਭਾਲਾਂਗਾ ਤੇ ਬਾਦਸ਼ਾਹੀ ਕਰਾਂਗਾ ਦਿੱਲੀ ਦੀ। ਇੰਨਾ ਇਹਦਾ ਹੌਸਲਾ ਵੱਧ ਗਿਆ, ਸਿੰਘਾਂ ਨੂੰ ਮਾਰ ਕੇ। ਲਖੂ ਸ਼ਾਹ ਨਿਵਾਜ ਸਿਰ ਆਈ ਬੁਰਾਈ ਲੋਏ। ਜਵਾਨ ਲਖੂ ਖੱਤਰੀ ਤੇ ਸ਼ਾਹ ਨਿਵਾਜ ਸੂਬਾ ਲਾਹੌਰ, ਦੋਵਾਂ ਦੇ ਸਿਰ ਬੁਰਾਈ ਆਈ ਹੈ। ਖਾਲਸੇ ਉੱਤੇ ਜ਼ੁਲਮ ਕਰਨ ਦਾ ਸਾਰਾ ਪਾਪ ਇਹਨਾਂ ਦੋਨਾਂ ਪਾਪੀਆਂ ਦੇ ਸਿਰ ਚੜਿਆ ਹੈ। ਦੇਖੋ ਸਤਿਗੁਰ ਕੀ ਕਲਾ, ਕਿਆ ਮਨ ਸਿਰ ਹੋਣੀ ਹੋਏ। ਸਤਿਗੁਰੂ ਜੀ ਦੀ ਕਲਾ ਵੇਖੋ, ਉਹਨਾਂ ਦੇ ਸਿਰ ਕੀ ਹੋਣੀ ਵਾਪਰਦੀ ਹੈ। ਭਾਵੀ ਕੋ ਭਾਵ ਆਓ, ਕੱਢ ਪਾਪੀਓ ਪਾਪ ਕਰਾਏ। ਕਹਿੰਦੇ ਭਾਵੀ ਦਾ ਭਾਵ ਇਹ ਹੈ, ਜਦੋਂ ਭਾਵੀ ਆਉਂਦੀ ਹੈ ਤਾਂ ਪਾਪੀਆਂ ਤੋਂ ਵੱਡੇ ਵੱਡੇ ਪਾਪ ਕਰਵਾ ਦਿੰਦੀ ਹੈ। ਜਦੋਂ ਬਹੁਤੇ ਪਾਪ ਕਰ ਲੈਂਦੇ ਨੇ ਪਾਪੀ ਲੋਕ, ਫਿਰ ਉਹਨਾਂ ਦਾ ਬੇੜਾ ਗਰਕ ਹੋ ਜਾਂਦਾ ਹੈ। ਭਾਰੋ ਭਾਰੋ ਹੋਏ ਵਜ਼ਨ ਤੇ ਥੋੜੋ ਤੇ ਥੇੜੋ ਭਰਿਓ ਡੁਬਾ, ਬੇੜੋ ਭਰਿਓ ਡੁਬਾਏ। ਜੇ ਬੇੜੇ ਵਿੱਚ ਭਾਰ ਲੱਦੀ ਜਾਈਏ ਬੇੜੇ ਦੀ ਕਪੈਸਿਟੀ ਤੋਂ ਬਹੁਤਾ ਭਾਰ ਲੱਗਦਾ ਹੀ, ਉਹਦੀ ਸਮਰੱਥਾ ਹੋ ਗਈ ਨਾ ਉਹਨਾਂ ਭਾਰ ਚੁੱਕਣ ਦੀ, ਤਾਂ ਉਹਨੇ ਡੁੱਬਣਾ ਹੀ ਆ। ਫਿਰ ਇਸੇ ਤਰ੍ਹਾਂ ਇਹਨਾਂ ਪਾਪੀਆਂ ਦਾ ਪਾਪਾਂ ਨਾਲ ਬੇੜਾ ਭਰਿਆ ਹੈ। ਜਿਉਂ ਪਾਪ ਕਰੀ ਗਏ ਹਟੇ ਹੀ ਨਹੀਂ, ਉਦੋਂ ਹੀ ਇਹਨਾਂ ਨੂੰ ਸੁਰਤ ਆਈ ਹੈ, ਜਦੋਂ ਬੇੜਾ ਡੁੱਬ ਹੀ ਗਿਆ ਬਿਲਕੁਲ ਜਮਾ ਹੀ। ਇਹਨਾਂ ਦਾ ਦੁਸ਼ਟਾਂ ਦਾ ਬੇੜਾ ਡੁੱਬ ਗਿਆ, ਪਾਪਾਂ ਨਾਲ ਬਹੁਤ ਭਾਰੀ ਹੋ ਗਿਆ ਹੈ। ਔਰ ਕਹਿਣ ਤਿਸ ਕਿਆ ਕਹੋ, ਗੁੜ ਕਹਿਨੋ ਦਿਓ ਹਟਾਏ। ਹੋਰ ਕਹਿਣ ਨੂੰ ਉਹਨਾਂ ਨੂੰ ਕੀ ਕਹੀਏ, ਉਹਨਾਂ ਨੇ ਤਾਂ ਗੁੜ ਕਹਿਣਾ ਵੀ ਹਟਾ ਦਿੱਤਾ। ਕਹਿੰਦੇ ਗੁੜ ਰੱਖੋ। ਜੋ ਲੰਡੇ ਲਫ਼ਜ਼ ਬਾਣੀਏ ਲਿਖਦੇ ਨੇ, ਉਹਨਾਂ ਵਿੱਚ ਜੇ ਗੁੜ ਲਿਖੀਏ ਤਾਂ ਗੁੜ ਕਿਹਾ ਜਾਂਦਾ ਹੈ। ਇਸ ਲਈ ਉਹਨਾਂ ਨੇ ਗੁੜ ਕਹਿਣ ਤੋਂ ਵੀ ਰੋਕ ਦਿੱਤਾ ਕਿ ਗੁਰੂ ਅੱਖਰ ਨਾ ਨਿਕਲੇ। ਗੁੜ ਕਹਿਣੇ ਮੈਂ ਗੁਰ ਸੁਣਿਓ, ਮਿਠਾਈ ਦਿਓ ਅਖਾਏ। ਉਹਨਾਂ ਨੂੰ ਗੁੜ ਕਹਿਣ ਦੇ ਵਿੱਚ ਗੁਰ ਸੁਣਿਆ। ਲਖੂ ਨੇ ਗੁੜ ਨੂੰ ਮਠਿਆਈ ਕਹਿਣਾ ਸ਼ੁਰੂ ਕਰਵਾ ਦਿੱਤਾ ਹੈ। ਜਾਓ ਪਈ ਤਬ ਲਖੂ ਨੇ ਹੋਕਾ ਦਿਵਾਇਓ। ਕਦੋਂ ਲਖੂ ਦੀ ਮਾਂ ਨੇ ਸਾਰੀ ਪ੍ਰਜਾ ਵਿੱਚ ਡੋਡੀ ਪਟਾ ਦਿੱਤੀ ਹੈ। ਨਾਨਕ ਕੋ ਨਾਨੂ ਕਹਿਵਾਇਓ, ਕਿ ਅੱਜ ਤੂੰ ਨਾਨਕ ਨੂੰ ਗੁਰੂ ਨਾਨਕ ਨਹੀਂ ਕਹਿਣਾ ਕਿਸੇ ਨੇ, ਨਾਨੂ ਆਖੋ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਨੂ ਆਖੋ। ਇਉਂ ਨਫ਼ਰਤ ਦੇ ਨਾਲ ਉਹਨੇ ਜ਼ਹਿਰ ਬਲਸ਼ੀ ਹੈ। ਜੇ ਕਿਸੇ ਨੂੰ ਕਹਿੰਦਾ ਮੈਂ ਗੁਰੂ ਨਾਨਕ ਜੀ ਦਾ ਸੁਣ ਲਿਆ, ਉਸ ਨੂੰ ਤੁਰਕ ਬਣਾ ਕੇ ਛੱਡਾਂਗਾ। ਨਾਨਕ ਬਾਣੀ ਸੁਣੈ ਜੋ ਕਾਨ, ਜੇ ਕਿਸੇ ਨੇ ਆਪਣੇ ਕੰਨਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਸੁਣਿਆ, ਤਾਹੇ ਕਰਾਵੋ ਮੁਸਲਮਾਨ, ਤਾਂ ਮੈਂ ਉਸ ਨੂੰ ਫੜ ਕੇ ਮੁਸਲਮਾਨ ਕਰਵਾ ਦਿਆਂਗਾ। ਮੈਂ ਉਸ ਸਿੱਖ ਨੂੰ ਹਿੰਦੂ ਹੀ ਨਹੀਂ ਰਹਿਣ ਦੇਣਾ ਹੈ। ਗ੍ਰੰਥ ਪੋਲੀ ਹੱਥ ਆਵਹਿ ਵਾਹੇ, ਜੇ ਉਸ ਦੇ ਹੱਥ ਗ੍ਰੰਥ ਜਾਂ ਪੋਥੀ ਆ ਜਾਵੇ ਗੁਰਬਾਣੀ ਦੀ, ਮੱਧ ਦਰਿਆਏ ਡੁਬਾਵੇ ਤਾਹੇ, ਤਾਂ ਉਸ ਪੋਥੀ ਸਾਹਿਬ ਨੂੰ ਦਰਿਆ ਵਿੱਚ ਡੁਬੋ ਦਿੰਦਾ ਹੈ। ਇਹ ਸ਼ੁਰੂ ਤੋਂ ਹੀ ਇਹਨਾਂ ਰਾਜਨੀਤਿਕ ਲੋਕਾਂ ਨੂੰ ਪਤਾ ਨਹੀਂ ਕੀ ਇਹ ਦਰਦ ਹੁੰਦੀ ਹੈ। ਗੁਰਬਾਣੀ ਹੀ ਸਾਡਾ ਸਰੋਤ ਹੈ। ਅੱਜ ਵੀ ਗੁਰਬਾਣੀ ਦੇ ਉੱਪਰ ਅਟੈਕ ਕੀਤਾ ਜਾ ਰਿਹਾ ਹੈ। ਜੇ ਕਿਸੇ ਨਾਲ ਕੋਈ ਈਰਖਾ ਹੈ ਤਾਂ ਇਨਸਾਨ ਦੇ ਨਾਲ ਬਾਤ ਹੋ ਸਕਦੀ ਹੈ। ਜਗ੍ਹਾ ਜਗ੍ਹਾ ਤੇ ਨਸ਼ੇ ਪੱਤਿਆਂ ਵਾਲੇ ਤੇ ਕਮਲੇ ਰਮਲੇ ਗਰੀਬ ਬੰਦਿਆਂ ਨੂੰ ਪੈਸੇ ਦੇ ਕੇ ਗੁਰਦੁਆਰੇ ਵਾੜਿਆ ਜਾ ਰਿਹਾ ਤੇ ਬਦੋ ਬਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਰਵਾਈ ਜਾ ਰਹੀ ਹੈ। ਉਹ ਵੀ ਲਖੂ ਜਿਹੜਾ ਸੀਗਾ ਪੋਥੀ ਨੂੰ ਪ੍ਰਤੱਖ ਫੜ ਕੇ ਦਰਿਆ ਦੇ ਵਿੱਚ ਡੁਬੋ ਦਿੰਦਾ ਸੀ। ਕਹਿ ਮੈਂ ਨਾਨਕ ਪੰਥ ਮਿਟਾਊ, ਲਖੂ ਦੁਸ਼ਟ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦਾ ਪੰਥ ਮਿਟਾ ਦਿਆਂਗਾ ਸੰਸਾਰ ਤੋਂ। ਮੈਂ ਵੀ ਖੱਤਰ ਤਾਊ ਕਹਾਊ, ਮੈਂ ਵੀ ਤਾਂ ਹੀ ਖੱਤਰੀ ਕਹਾਵਾਂਗਾ ਜਦੋਂ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਪੰਥ ਮਿਟਾ ਦੇਵਾਂਗਾ। ਉਹ ਵੀ ਖੱਤਰੀ ਸੀਗੇ, ਉਹਨਾਂ ਚਲਾਇਆ ਤੇ ਮੈਂ ਖੱਤਰੀ ਜੰਮਿਆ ਤੇ ਮੈਂ ਹਟਾਊਂਗਾ। ਇਹਨਾਂ ਨੂੰ ਹੰਕਾਰ ਹੋ ਗਿਆ। ਦੋਹਰਾ ਜਬ ਜਾਗਤ ਮੈਂ ਆਓ ਭਈ, ਸੁਣੀ ਬਾਤ ਦਰਗਾਹੇ। ਜਦੋਂ ਜਗਤ ਵਿੱਚ ਐਸੀ ਦਸ਼ਾ ਹੋਈ ਤਾਂ ਦਰਗਾਹ ਦੇ ਵਿੱਚ ਜਾ ਪੁਕਾਰ ਹੋਈ ਹੈ।
ਮਤਲਬ ਰੱਬ ਦੀ ਦਰਗਾਹ ਦੇ ਵਿੱਚ ਜਾ ਰੌਲਾ ਪਿਆ ਹੈ। ਤਉ ਪਾਰਖਤ ਪਕਰਤੇ ਪੁੱਛੈ ਯਹ ਕਿਆ ਭਈ ਰਜ਼ਾਏ। ਤਾਂ ਪਰਮੇਸ਼ਰ ਕਰਤੇ ਪੁਰਖ ਨੇ ਪਾਰਖਤ ਦਰਬਾਰੀਆਂ ਨੂੰ ਆਪਣਿਆਂ ਨੂੰ ਪੁੱਛਿਆ ਹੈ ਕਿ ਕੀ ਹੋ ਗਿਆ, ਜਗਤ ਵਿੱਚ ਹਨੇਰਾ ਹੋ ਗਿਆ ਹੈ, ਰੋਸ਼ਨੀ ਨਹੀਂ ਦਿਸਦੀ, ਇਹ ਸਾਰੇ ਪਾਪ ਹੀ ਪਾਪ ਹੋ ਰਿਹਾ, ਕੋਈ ਧਰਮ ਕਰਮ ਨਹੀਂ ਹੋ ਰਿਹਾ, ਇਹ ਗੱਲ ਕੀ ਹੋਈ ਹੈ। ਜਾਓ ਭਈ ਤਬੈ ਪਾਰਖਤ ਐਸੀ ਕਹੀ। ਤਦ ਉਹਨਾਂ ਪਰਮੇਸ਼ਰ ਦੇ ਦਰਬਾਰੀਆਂ ਨੇ ਇਸ ਤਰ੍ਹਾਂ ਬਿਆਨ ਦਿੱਤਾ ਹੈ। ਨਾਨਕ ਕੀ ਨਿੰਦਿਆ ਜਗ ਪਈ। ਇਹ ਪਰਮੇਸ਼ਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਹੋ ਰਹੀ ਹੈ ਜਗਤ ਵਿੱਚ। ਤੁਮ ਤਾਕੂ ਕੁਛ ਵੱਟਾ ਨਾ ਲਾਇਓ। ਇਹ ਵਾਹਿਗੁਰੂ ਜੀ ਤੁਸੀਂ ਉਹਨਾਂ ਨੂੰ ਕੋਈ ਸਜ਼ਾ ਤਾਂ ਦਿੱਤੀ ਨਹੀਂ ਹੈ। ਇਉ ਅੰਧੇਰ ਹਵੈ ਜਗ ਮੈਂ ਆਇਓ। ਇਉਂ ਹਨੇਰਾ ਜਗ ਵਿੱਚ ਹੋਇਆ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਨੇ ਰੋਸ਼ਨੀ ਕਰ ਦਿੱਤੀ ਸੀ ਗਿਆਨ ਦੀ। ਲੋਕ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਲੱਗ ਪਏ ਸਨ। ਜਦੋਂ ਪਰਮੇਸ਼ਰ ਦਾ ਨਾਮ ਸਿਮਰਨ ਕਰਨੋਂ ਹਟ ਗਏ ਲੋਕ, ਆਪੇ ਹਨੇਰਾ ਹੋਣਾ ਸੀਗਾ। ਮੇਰਾ ਸੇਵਕ ਕੋਈ ਨਹੀਂ ਰਿਹਾ। ਪਰਮੇਸ਼ਰ ਨੇ ਆਖਿਆ ਦੋਹਰਾ ਜਿਵ ਅੰਧੇਰ ਘਰ ਦੀਪ ਹੋਏ। ਜਿਵੇਂ ਹਨੇਰੇ ਘਰ ਵਿੱਚ ਦੀਵਾ ਹੋਵੇ ਤਾਂ ਚਾਨਣ ਹੁੰਦਾ ਹੈ। ਬਾਦ ਸੂਰਜ ਚੜ੍ਹੇ ਆਕਾਸ਼। ਆਕਾਸ਼ ਵਿੱਚ ਸੂਰਜ ਚੜ੍ਹੇ ਤੋਂ ਹੀ ਚਾਨਣ ਹੁੰਦਾ ਹੈ। ਤਿਮ ਕੀ ਬਾਣੀ ਨਾਨਕਾ ਹੈ। ਉਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੀ ਸੰਸਾਰ ਵਿੱਚ। ਸੁਣ ਜਗ ਹੋਤ ਪ੍ਰਕਾਸ਼। ਜਿਸ ਨੂੰ ਸੁਣ ਕਰਕੇ ਜਗਤ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਸੀ। ਜਾਓ ਭਈ ਤਬ ਕਰਤੇ ਨੇ ਇਉ ਫੁਰਮਾਈ। ਤਾਂ ਕਰਦੇ ਪੁਰਖ ਨੇ ਇਉਂ ਹੁਕਮ ਕੀਤਾ ਹੈ। ਨਿੰਦਕ ਦੇਹੋ ਸਜਾਏ ਬਣਾਈ। ਗੁਰੂ ਦੇ ਨਿੰਦਕਾਂ ਨੂੰ ਮੈਂ ਐਸੀ ਸਜ਼ਾ ਦੇਵਾਂਗਾ ਬਣਾ ਕੇ। ਜਿਨ ਕੀਨੀ ਸੋ ਤਿਸੈ ਪੁਜਾਓ। ਜਿਨ੍ਹਾਂ ਨਿੰਦਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕੀਤੀ ਹੈ, ਜਿਨ੍ਹਾਂ ਬੇਈਮਾਨਾਂ ਪਾਪੀਆਂ ਨੇ ਪਾਪ ਕੀਤਾ, ਉਹਦਾ ਫਲ ਉਹਨਾਂ ਨੂੰ ਮੈਂ ਹੁਣੇ ਭੁਗਤਾਉਂਦਾ ਹਾਂ। ਤੁਰਤ ਤਿਸ ਹੀ ਅੱਗੇ ਲਿਆਓ। ਤੁਰਤ ਹੀ ਉਹਨਾਂ ਦੇ ਮਾੜੇ ਕਰਮਾਂ ਦਾ ਫਲ ਉਹਨਾਂ ਦੇ ਅੱਗੇ ਲਿਆ ਕੇ ਖੜਾ ਕਰ ਦੇਵਾਂਗਾ। ਜਬ ਕਰਤੇ ਨੇ ਐਸੀ ਕਹੀ। ਜਦੋਂ ਕਰਤੇ ਪੁਰਖ ਨੇ ਇਸ ਤਰ੍ਹਾਂ ਆਖਿਆ ਕਰਨੇ ਹਾਰਨ ਵੈਸੀ ਥਹੀ। ਹੋਣੀ ਨੇ ਉਸੇ ਤਰ੍ਹਾਂ ਹੀ ਕਰਨ ਦੀ ਠਾਣ ਲਈ ਹੈ। ਖੜੋ ਕਰਾਇਓ ਕਾਬਲੋ ਸਾਹੇ। ਹਰੇਕ ਦਾ ਉਸਤਾਦ ਮਹਾਰਾਜ ਨੇ ਪੈਦਾ ਕੀਤਾ ਹੈ। ਚੋਰਾਂ ਨੂੰ ਵੀ ਮੋਰ ਪੈਂਦੇ ਨੇ, ਜਿਨ੍ਹਾਂ ਨੂੰ ਪਤਾ ਨਹੀਂ ਨਾ ਹੁੰਦਾ ਅਸੀਂ ਵੀ ਲੁੱਟੇ ਜਾਵਾਂਗੇ, ਤੇ ਉਹ ਵੀ ਲੁੱਟੇ ਜਾਂਦੇ ਹਨ। ਸੰਸਾਰ 'ਚ ਹਰੇਕ ਦੇ ਸਿਰ ਉੱਪਰ ਰੱਬ ਨੇ ਕੁੰਡਾ ਰੱਖਿਆ ਹੈ, ਕੋਈ ਕੁੰਡੇ ਤੋਂ ਬਗੈਰ ਨਹੀਂ ਹੈ। ਇਸ ਲਈ ਕਾਬਲ ਸ਼ਹਿਰ ਦੇ ਵਿੱਚੋਂ ਅਹਿਮਦ ਸ਼ਾਹ ਅਬਦਾਲੀ ਨੂੰ ਰੱਬ ਨੇ ਤਿਆਰ ਕੀਤਾ ਵੀ ਫੜ ਡੰਡਾ ਤੇ ਭੰਨ ਦੇ ਸਾਰੇ ਖੱਤਰੀਆਂ ਬੱਤਰੀਆਂ ਨੂੰ। ਸੋ ਤੁਰਾਇਓ ਲਾਹੌਰੈ ਰਾਹੇ। ਉਹਨੂੰ ਪ੍ਰੇਰ ਕੇ ਹੋਣੀ ਨੇ ਲਾਹੌਰ ਦੇ ਰਸਤੇ ਨੂੰ ਤੋੜ ਦਿੱਤਾ ਹੈ। ਜਿਵ ਕੰਟੇ ਸੋ ਕੰਟਾ ਨਿਕਾਰਨ। ਜਿਵੇਂ ਪੈਰ ਵਿੱਚ ਕਿੱਕਰ ਮੇਰੀ ਅੱਗ ਦਾ ਕੰਡਾ ਲੱਗ ਜਾਏ ਤਾਂ ਦੂਜੇ ਕੰਡੇ ਦੇ ਨਾਲ ਹੀ ਉਹ ਕੰਡਾ ਕੱਢ ਦਈਦਾ ਹੈ। ਜਿਹੜੀ ਗਰਮੀ ਉਹਨੂੰ ਗਰਮੀ ਹੀ ਮਾਰਦੀ ਹੈ, ਲੋਹੇ ਨੂੰ ਲੋਹਾ ਹੀ ਕੱਟਦਾ ਹੈ, ਹੀਰੇ ਨੂੰ ਹੀਰਾ ਹੀ ਕੱਟਦਾ ਹੈ। ਇਸ ਤਰ੍ਹਾਂ ਸੋ ਇਹ ਜਿਹੜੇ ਪਾਪੀ ਨੇ ਇਹਨਾਂ ਨੂੰ ਪਾਪ ਹੀ ਦਬਾਵੇਗਾ। ਕਿਮ ਤੁਰਕਨ ਕੂ ਤੁਰਕ ਸੁਗਾਰਨ। ਕਿਵੇਂ ਤੁਰਕਾਂ ਨੂੰ ਤੁਰਕੀ ਮਾਰਨਗੇ ਹੁਣ। ਪਰਮੇਸ਼ਰ ਨੇ ਇਹੋ ਜਿਹੀ ਬਣਤ ਬਣਾ ਦਿੱਤੀ ਹੈ। ਦੋਹਰਾ 1800 ਚਤਨ ਚਰਿਤ੍ਰ ਉਠਿਓ ਉਪਦਰਵ ਧਾਏ। ਸੰਮਤ ਬਿਕਰਮੀ 1800 ਤੋਂ 4 ਉੱਪਰ, ਯਾਨੀ 1804 ਉਸ ਵੇਲੇ ਸੀਗਾ ਜਦੋਂ ਜ਼ੁਲਮ ਦੀ ਹਨੇਰੀ ਉੱਠੀ ਹੈ ਹੱਲਾ ਕਰਨ ਵਾਸਤੇ। ਨਾਦਰ ਸ਼ਾਹੇ ਨੂੰ ਮਾਰ ਕੇ ਆਇਓ ਅਹਿਮਦ ਸ਼ਾਹੇ। ਨਾਦਰ ਸ਼ਾਹ ਨੂੰ ਮਾਰ ਕੇ ਜਿਹੜਾ ਦੁਰਾਨੀ ਫੌਜ ਦੀ ਸਾਰੀ ਕਮਾਨ ਆਪਣੇ ਕਬਜ਼ੇ ਕਰਕੇ ਕਾਬਲ ਤੋਂ ਹੁਣ ਅਹਿਮਦ ਸ਼ਾਹ
ਅਬਦਾਲੀ ਆ ਵੜਿਆ ਹਿੰਦੁਸਤਾਨ ਦੇ ਵਿੱਚ। ਹਿੰਦੁਸਤਾਨ ਨੂੰ ਤਾਂ ਇਹਨਾਂ ਇੱਕ ਚਿੜੀ ਸਮਝਿਆ ਹੋਇਆ ਸੀਗਾ, ਜਿਹੜਾ ਮਰਜੀ ਆ ਕੇ ਕਾਬੂ ਕਰ ਲੈਂਦਾ ਸੀ। ਚੌਪਈ ਤਮੂਰ ਸ਼ਾਹ ਉਸ ਬੇਟਾ ਕੋ, ਅਹਿਮਦ ਸ਼ਾਹ ਅਬਦਾਲੀ ਦਾ ਬੇਟਾ ਹੈ ਤੈਮੂਰ ਸ਼ਾਹ। ਦਿੱਲੀ ਦੇਖ ਗਏ ਥੇ ਦੋ, ਇਹ ਦੋਵੇਂ ਪਿਓ ਪੁੱਤ ਪਹਿਲਾਂ ਨਾਦਰ ਸ਼ਾਹ ਦੇ ਨਾਲ ਆ ਕੇ ਦਿੱਲੀ ਵੇਖ ਗਏ ਸੀ। ਇਹਨਾਂ ਨੂੰ ਸਾਰੀ ਜਾਣਕਾਰੀ ਸੀ, ਜਿਵੇਂ ਚੋਰ ਚੱਕੇ ਪਹਿਲਾਂ ਜਿਹੜੇ ਫੇਰਾ ਮਾਰ ਕੇ ਫਿਰ ਰਾਤ ਨੂੰ ਆ ਕੇ ਸੰਨ ਲਾਉਂਦੇ ਨੇ। ਸੋ ਦਿੱਲੀ ਦਿਲ ਤਿਲ ਕੇ ਬਸੀ, ਉਸ ਸਮੇਂ ਦੀ ਦਿੱਲੀ ਇਹਨਾਂ ਦੇ ਦਿਲ ਦੇ ਵਿੱਚ ਵਸੀ ਹੋਈ ਸੀ। ਆਏ ਲਾਹੌਰ ਤਬ ਉਨ ਕੇ ਖਸੀ, ਉਹਨਾਂ ਨੇ ਖਸੀ ਤਦ ਉਹਨਾਂ ਨੇ ਲਾਹੌਰ ਆ ਕੇ ਖੋਲਿਆ। ਪਹਿਲਾਂ ਛੋਟੀ ਰਾਜਧਾਨੀ ਲਾਹੌਰ ਸੀਗੀ ਤੁਰਕਾਂ ਦੀ, ਲਾਹੌਰ ਤੇ ਪਹਿਲਾਂ ਕਬਜ਼ਾ ਕਰ ਲਿਆ ਹੈ। ਲੱਖੂ ਕਾਬਲੀ ਸੋ ਮਿਲ ਪਇਓ, ਲੱਖੂ ਖੱਤਰੀ ਜਿਹਨੇ ਕਦੋਂ ਘਾਰਾ ਕੀਤਾ ਸੀ ਕਾਹਨੂੰ ਮਾਣ ਸੰਭਦਾ। ਇਹਨੂੰ ਪਤਾ ਸੀ ਕਿ ਮੈਂ ਮੁਖੀ ਵਜ਼ੀਰ ਹਾਂ, ਮੈਂ ਜ਼ੁਲਮ ਕੀਤਾ ਸਿੰਘਾਂ ਦੇ। ਇਹ ਪਹਿਲਾਂ ਹੀ ਕਾਬਲ ਦੇ ਬਾਦਸ਼ਾਹ ਅਹਿਮਦ ਸ਼ਾਹ ਦੇ ਨਾਲ ਜਾ ਮਿਲਿਆ ਹੈ। ਸ਼ਾਹ ਨਵਾਬ ਵੀ ਉਹਨੇ ਮਿਲਿਓ, ਉਹਨੇ ਸ਼ਾਹ ਨਵਾਬ ਸੂਬਾ ਲਾਹੌਰ ਨੂੰ ਵੀ ਉਹਦੇ ਨਾਲ ਮਿਲਾ ਦਿੱਤਾ। ਰਾਜਨੀਤਿਕ ਜਿਹੜਾ ਪਲੜਾ ਭਾਰੀ ਹੋਵੇ ਮਾਰ ਕੇ ਸ਼ਾਹ ਉਹਦੇ ਵਿੱਚ ਜਾ ਬੈਠਦੇ ਨੇ, ਕਹਿੰਦੇ ਅਸੀਂ ਵੀ ਤੇਰੇ ਨਾਲ ਹੀ ਆ। ਯਹੀ ਵਿਧੀ ਤਬ ਲੱਖੂ ਆਈ, ਇਹੀ ਤਰੀਕਾ ਤਦ ਲੱਖੂ ਨੂੰ ਆਇਆ ਹੈ। ਇਉ ਕਰਤਾਰ ਤੋ ਵਿਧੀ ਬਦ ਮਿਲਾਈ, ਕਿਉਂ ਕਰਤੇ ਪੁਰਖ ਨੇ ਉਹੀ ਵਿਧੀ ਮਿਲਾ ਦਿੱਤੀ। ਉਹਨੇ ਲੱਖੂ ਨੂੰ ਦੰਡ ਦੇਣ ਦਾ ਇੱਕ ਨਵਾਂ ਹੀ ਕੌਤਕ ਆ ਕੇ ਰਚ ਦਿੱਤਾ ਹੈ। ਵਜ਼ੀਰ ਕਮਰਦੀਨ ਸੁਰਹ ਅਲੀ, ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਦਾ ਵਜ਼ੀਰ ਕਮਰਦੀਨ ਤੇ ਸੂਰਹ ਅਲੀ ਹੈ। ਸਾਥ ਜੈਪੁਰੀ ਮਾਧੋ ਸਿੰਘ ਬਲੀ, ਤੀਜਾ ਇਹਨਾਂ ਦੇ ਨਾਲ ਜੈਪੁਰ ਦਾ ਰਾਜਪੂਤ ਰਾਜਾ ਮਾਧੋ ਸਿੰਘ ਬੜਾ ਬਲਵਾਨ ਸੀਗਾ। ਸਾਥ ਸ਼ਹਜ਼ਾਦੇ ਔਰ ਫੌਜ ਆਈ, ਇਹਨਾਂ ਦੇ ਨਾਲ ਪਿਆਦੇ ਤੇ ਹੋਰ ਫੌਜ ਵੀ ਆਈ ਹੈ ਦਿੱਲੀ ਦੀ ਇਕੱਠੀ ਹੋ ਕੇ। ਸਰਹੰਦ ਲੰਘ ਸੋ ਪੜੇ ਅਗਾਹੀ, ਅਹਿਮਦ ਸ਼ਾਹ ਅਬਦਾਲੀ ਨੂੰ ਅੱਗੋਂ ਰੋਕਣ ਵਾਸਤੇ ਇਹ ਸਰਹੰਦ ਲੰਘ ਕੇ ਉਸ ਤੋਂ ਅੱਗੇ ਆ ਗਏ ਹਨ। ਸਰਹੰਦ ਪਿੱਛੇ ਸ਼ਾਹੇ ਸੁਨੀ ਤਕਾਈ, ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਤੋਂ ਪਿੱਛੋਂ ਸਰਹੰਦ ਸ਼ਹਿਰ ਨੂੰ ਸੁੰਨਾ ਪਿਆ ਤੱਕਿਆ ਹੈ। 60 ਕੋਸ ਤੇ ਚੜ ਲਈ ਧਾਈ, ਅਹਿਮਦ ਸ਼ਾਹ ਅਬਦਾਲੀ ਲਾਹੌਰ ਤੇ ਕਬਜ਼ਾ ਕਰਨ ਤੋਂ ਬਾਅਦ ਰੋਪੜ ਵਾਲੇ ਦਰਿਆ ਲੰਘ ਗਿਆ ਸਤਲੁਜ ਪਹਾੜ, ਉਹ ਤਾਂ ਉੱਥੇ ਸਿੱਧੇ ਲਾਹੌਰ ਨੂੰ ਆ ਰਹੇ ਸੀਗੇ। ਅਬਦਾਲੀ ਨੇ 60 ਕੋਹ ਤੋਂ ਸਰਹੰਦ ਤੇ ਚੜਾਈ ਕਰਕੇ ਧਾਵਾ ਬੋਲਿਆ। ਘਾਟ ਔਰ ਤੇ ਸੋ ਲੰਘ ਪਰਿਓ, ਅਬਦਾਲੀ ਦਰਿਆ ਦੇ ਕਿਸੇ ਹੋਰ ਘਾਟ ਤੋਂ ਲੰਘ ਗਿਆ ਹੈ। ਡੇਰੋ ਸਰਹੰਦ ਡਿੱਗੇ ਆਏ ਕਰਿਓ, ਸਰਹੰਦ ਦੇ ਨੇੜੇ ਆ ਡੇਰਾ ਕੀਤਾ ਅਬਦਾਲੀ ਨੇ। ਦੋਹਰਾ ਸਰਹੰਦ ਦੌੜ ਤਿਨ ਜਾ ਮਲੀ, ਮਦ ਲਿਓ ਖਜ਼ਾਨੋ ਲੂਟ। ਸਰਹੰਦ ਬਾਮਣੀ ਸੀ, 52 ਲੱਖ ਦਾ ਇਲਾਕਾ ਸੀਗਾ, ਇੱਥੇ ਮੁਗਲਾਂ ਦਾ ਖਜ਼ਾਨਾ ਸੀਗਾ। ਅਹਿਮਦ ਸ਼ਾਹ ਨੇ ਦੌੜ ਕੇ ਜਾ ਸਰਹੰਦ ਨੂੰ ਮੱਲਿਆ ਤੇ ਕਿਲੇ ਵਿੱਚੋਂ ਜਾ ਖਜ਼ਾਨਾ ਲੁੱਟਿਆ ਸਾਰਾ। ਵੱਡੀ ਰਾਜਧਾਨੀ ਤਾਂ ਦਿੱਲੀ ਰਹੀ ਹੈ ਤੇ ਛੋਟੀ ਇੱਕ ਸਰਹੰਦ ਸੀਗੀ, ਇੱਕ ਲਾਹੌਰ ਸੀਗੀ। ਤਾਹਾਂ ਥਾਏ ਸੀ ਫਿਰ ਲੜੀ ਦਿਨ 2200 ਝੂਠ, ਉੱਥੇ ਬਾਮਣੀ ਸਰਹੰਦ ਵਿੱਚ ਦਿੱਲੀ ਦੀਆਂ ਫੌਜਾਂ ਨੇ ਅਹਿਮਦ ਸ਼ਾਹ ਨਾਲ ਬਾਕੀ ਦਿਨ ਤੱਕ ਜੁਟ ਕੇ ਫਿਰ ਡਟ ਕੇ ਯੁੱਧ ਕੀਤਾ ਹੈ। ਚੌਪਈ ਸਰਹੰਦ ਤੋਪ ਹੁੰਦੀ ਜੋ ਰਹੀ, ਸਰਹੰਦ ਵਿੱਚ ਜਿਹੜੀਆਂ ਤੋਪਾਂ ਰਹਿ ਗਈਆਂ ਸਨ ਉਹ ਅਹਿਮਦ ਸ਼ਾਹ ਦੇ ਕਬਜ਼ੇ ਵਿੱਚ ਆ ਗਈਆਂ ਨੇ। ਅਹਿਮਦ ਸ਼ਾਹ ਕਰੀ ਸੋ ਸਹੀ, ਅਹਿਮਦ ਸ਼ਾਹ ਨੇ ਸਾਰੀਆਂ ਤੋਪਾਂ ਸਹੀ ਕਰਵਾ ਲਈਆਂ। ਕਰਕੇ ਇਕੱਠੀ ਦਈ ਚਲਾਈ, ਜਦੋਂ ਸਰਹੰਦੀ ਫੌਜਾਂ ਕਬਜ਼ਾ ਲੈਣ ਵਾਸਤੇ ਵਾਪਸ ਮੁੜੀਆਂ ਨੇ ਤਾਂ ਉਹਨੇ ਤੋਪਾਂ ਇਕੱਠੀਆਂ ਕਰਕੇ ਉਹਨਾਂ ਦਾ ਫੈਰ ਖੋਲ ਦਿੱਤਾ। ਮੋਇਓ ਕਮਰ ਥੀ ਗੋਲਾ ਖਾਈ, ਬਾਦਸ਼ਾਹ ਮੁਹੰਮਦ ਸ਼ਾਹ ਦਿੱਲੀ ਦਾ ਵਜ਼ੀਰ ਕਮਰਦੀਨ ਤੋਪ ਦਾ ਗੋਲਾ ਲੱਗ ਕੇ ਮਰ ਗਿਆ ਅਹਿਮਦ ਸ਼ਾਹ ਅਬਦਾਲੀ ਦੇ ਹੱਥੋਂ। ਤਿਸ ਕੋ ਸੁਤ ਮੀਰ ਮਨੂ ਸਿਆਣਾ, ਉਹਦਾ ਪੁੱਤਰ
पुत्र मीर मनु बड़ा सियाना सीगा, बड़ा चुस्त ते चलाक सीगा। मोयो वजीर ना किन्हू जाना, किसी ने भी नहीं जानिया कि दिल्ली का वजीर कमरदीन मर गया है। तुरत लड़ाई दई मचाए, मीर मनु ने तुरत ही घमसान की लड़ाई आरंभ कर दी, क्योंकि जब फौजा को पता लग जाए कि साडा जरनैल मारिया गया, फिर फौजा लड़दियां नहीं हैं। बिना कमांडर तो कौन लड़ूगा? अगला कहूगा मैं क्यों जान के होनी है। इन्हें पता ही नहीं लगन दिता भी मेरा प्यो मर गया। अल्लाह शेरी दे के फौज लड़ा दी। धरियो वजीर सो हाथी पाए, वजीर कमरदीन नू हाथी दी अंबारी च बिठा के उहदी ढोली लवा के ते वो पुत जाके कर लिया है। वासी ऐसी विध बन आई, कुदरती तौर से ऐसी विधि बन आई है। कोनस लेवे हथों हलाई, वो अपना हाथ हिला हिला के सलामी का जवाब दे रहा सी। उन्होंने फौजियों की सलामी कबूल कर रहा सी। वो मरिया ही पता नहीं किवें हाथ ला रहा ते जंग लड़न का इशारा कर रहा सी। सब फौजन मन उपजे चाहे, जब कमरदीन नूं हाथी ते बैठिया हाथ हिलाउंदा देखिया तो मगर कोई होर ला रहा या बन्निया होवे। फौजा ने वेखिया कि साडा वजीर कायम है। सारी फौज के मन दे विच चाव चढ़ गया है। गिलजे की दई फौज भजाए, अहमद शाह अब्दाली गिलजे की फौज भजा दी है दिल्ली की फौज ने। दोहरा फतेह भई तब हिंद की कियो काबली कूच, तदों हिंदुस्तान की फौज की फतेह हो गई। वो मरे ने भी फतेह करा दी ते काबुल तो आया अहमद शाह अब्दाली हार गया। फौज नठ गई। उन्हें कूच कर दिता काबुल नूं वापस जान वास्ते। पाछे मीर मन्नू लगो गयो लाहौर मूच, मीर मन्नू उहदे पिछे लग्या होया लाहौर नूं गया है छूट करके। चौपई तब लाहौर आए मन्नू वड़ियो, तद मीर मन्नू अहमद शाह अब्दाली नूं काबुल दे राह पा के आप लाहौर वड़िया है। तब ही लखू उसने फड़ियो, कुदरत विधि ऐसी बनाउंदी है बंदे दे माड़े कर्म होण सारियां गल्लां ਦੀਆਂ ਪੁੱਠੀਆਂ पा दिंदी है। चंगी गल भी पुੱਠੀ पै जाती है। ते पता नहीं लखू है तो बड़ा चमचा सीगा, इन्हें फड़ किवें लिया? अब्दाली दे नाल जो रल गया सीगा। उन्हें वेखिया भी ये भाग्यशाली अब्दाली नाल रल गया तो साडे हिंदुस्तान को कमजोर करने वाला है। अब्दाली ने तो उन्हें भजाता। फिर उन्हें वेखिया भी ये बंदा गदार है देश का, इस वास्ते पहले इनू मारो। मीर मन्नू ने लखू को आके गिरफ्तार कर लिया है। 30 लाख टका दंड कह चुको, लखू तो 30 लाख टका दंड का चुकाया भी लिया पुत जिहड़ा ने इकट्ठा किया सीगा पहला वो लुटिया। लखू नूं हिंदुस्तान सरकार नाल गदारी करने के दोष में 30 लाख टका दंड लाया है। 20 भरियो उन और ना मुके, उन्हें 30 लाख टके विचों 20 लाख टका तो भर दिता, और पैसा वह मुक गया, बाकी की रकम वो ना दे सकिया। कौड़ा मल उतो गुर सिख, दीवान कौड़ा मल ना तो वह कौड़ा मल है, पर खालसा इनू मिठा मल कहता है, क्योंकि ये कुड़त्तर नहीं सी, ईरखा नहीं सी। ये गुरमुख बंदा सीगा, है ये भी खतरी पर है गुरु दा सिख। 10 लाख टको दियो तह लिख, कौड़ा मल ने 10 लाख टका लिख के दे दिता। मीर मन्नू ने 10 लाख टके विच लखू नूं दीवान कौड़ा मल दे हवाले कर दिता है। जिम जिम सिंगन उन दुख दयो, वो जिहड़ा सिंघां दा बदला सी वो लैण वास्ते ने इस तरह कीता। कौड़ा मल ने 10 लाख रुपया दे के दुश्मन खरीदिया ते जिवें जिवें उस लखू खतरी ने सिंघां नूं दुख दिता सीगा, ये गिरफ्तार होया। इसको सभी सुनावत भयो, उस लखू नूं सारा किस्सा सुनाया। दीवान कौड़ा मल ने गिण गिण के लखू नूं दे जुल्म सुनाए सन कि तू आ टाइम ते आ काम कीता, तेरा भरा जे मारिया गया ते तू सारे सिंघां दे पेश पै गया।
कानू आने के सामने अग ला दी, पता नहीं कितने 15,000 तो उत्थे ही साड़ छड्डे, बड़ी मुश्किल बना दी। कन्या ने वेखो आपदियां जानां गवाइयां, किते किते जाके 5-6 महीने सिंह भटकदे रहे ते 40,000 सिंह मूँह ना कह लैण। इसलिए सो इंज इहनूं इहदे जुल्म दे मूँह ते सुनाए। दोहरा अपने की चकरैल सिंह तैं फड़ लए विदोष। ओए दुष्टा, तू अपने ही चकरैल नौकरी करने वाले बेदोषे सिंहां नूं फड़ लिया सी। सोमवती ने मार तू कह रहे लाहौर जोश। सारे लाहौर दे पतवंते लोग तैनूं कह रहे सी भी जोश विच आके अज सोमवारी मस्या है। ओए खत्रिया, ओए तू है तां हिंदू, सोमवारी मस्या तां छड्ड दे। जिहड़ा शराबी कबाबी भी बंदा हुंदा वो भी मस्या संगराम नूं कहंदा अज मेरा नागा है, अज नहीं मैं पीनी। वो भी नागा पाउंदा है ते तूं शर्म कर कोई। अज तां ना सिंहां नूं मार, इन्हां चकरैल सिंहां नूं अज तां सोमवारी मस्या है। हिंदू तां पुन्न करदे ने ते तू उल्टा पाप कर दे रहा है। जाओ पई तू न टले उस दिन मारे। ओए दुष्टा, तू उन्हां सिंहां नूं मारन तों सोमवारी मस्या नूं भी नहीं टलिया। उदन मस्या वाले दिन भी सिंहां नूं मारिया सी। तैं इउं कीने बहुत अखारे। इउं तू बड़ा भारी जुल्म कीते सन, वड्डा तू पहलवान बनया होया सीगा। ऐसी ऐसी और सुनाई। इस तरह दीवान कौड़ा मन ने होर जेड़े जेड़े अत्याचार कीते सी लखू ने सारे उन्होंने दुष्ट नूं गिण गिण के सुनाई। 10 लाख रुपया दे के इहनूं आपदे कोल गिरफ्तार कीता। उन सिंगन स्यों जैसी कमाई। वो लखू खतरी ने सिंघां नाल जैसा जुल्म कीता सीगा, उन्होंने उहदे मूँह ते सुनाया। कल्लू घारो जैस करायो। जिवें लखू ने पड़ोल कठुए वाला कल्लू घारा करवाया, जिस विच हज़ारां ही सिंह शहीद हो गया, हज़ारां की गिणती च जख्मी फट्टड़ होए अते कैद विच तसीहे दिते गए सन। बैठे गरीब सिख घरों मरवाए। घरां च बैठे गरीब सिखां नूं जिन्हां ने कभी हथियार फड़े भी नहीं सन, आपदी खेती करके दुकान करके बेचारे माड़ा मोटा किरत करके गुजारा टब्बर पालदे सीगे, बिना कसूर तो उन्हां घर च रहने वाले सिखां नूं भी मरवा दिता। गुर को नाम तै कहण हटायो। ओए दुष्टा, तू गुरु साहब जी का नाम लैण तू भी हटा दिता। सिखां नूं गुड़ कहणों हटा दिता कि गुड़ भी नहीं कहना, गुरु निकलाउंदा है, गुरु का नाम तां किते रिहा। पोथी ग्रंथ तै खूह डुबायो। श्री गुरु ग्रंथ साहब जी के पावन सरूप ते पोथियां साहब जिन्हां च बाणी लिखी हुई सी वो तू खूहां ते नदियां दे विच डुबा दिते, रोड़ दिते। कोई दुष्टा, सो महाराज दे नाल तू वैर कीता। इउं कह दीनी मुश्कन चढ़ाए। दीवान कौड़ा मन ने इउं आके ओहदियां मुश्कां कस दित्तियां। मुश्कां पहलां मैनूं पता नहीं सी हुंदा, शायद तुहानूं भी पता ना होवे। मुश्कां दा की मतलब है? मतलब जिहड़ियां बाहां ने उन्हां नूं पिछे बन्ह देना कि बंदा एक्टिविटी ना कर सके, ते लत्तां दे गिट्टे भी शायद बन गए ते नक परने धरती सुੱਟ देना, ना वेख सके ना कुछ कर सके। ओहदियां मुश्कां चढ़ा दित्तियां। सेहत खाने में दयो गिराए। सेहत खाना जिहड़ा हुंदा ਸਿੰਘਾਂ ਦੇ ਜਿਹੜੇ ਬੋਲੇ ਨੇ ਉਲਟੇ ਨੇ, ਜਿੱਥੇ ਆਪਾਂ ਸਰੀਰ ਨੂੰ ਸੁੱਧਣ ਵਾਸਤੇ ਜਾਂਦੇ ਆ, ਜਿਹਨੂੰ ਅੰਗਰੇਜ਼ੀ ਦੇ ਵਿੱਚ TOIL ਟੋਇਲਟ ਕਹਿੰਦੇ ਹਨ। ਸਿੰਘਨ ਕੇ ਤਿਸ ਸੀਸ ਹਗਾਇਓ। ਧਰਤੀ ਵਿੱਚ ਟੋਆ ਪੁੱਟ ਕੇ ਉਹਦੇ ਵਿੱਚ ਨੂੰ ਬਿਠਾਇਆ ਲਖੂ। ਪੁਰਾਣਾ ਤਰੀਕਾ ਸੀਗਾ ਟੋਏ ਦੇ ਵਿੱਚ, ਤੇ ਲਖੂ ਨੂੰ ਪੱਤਿਆਂ ਦੇ ਨਾਲ ਖਾਣਾ ਖਵਾਇਆ ਤੇ ਸਿੱਖਾਂ ਨੂੰ ਸੱਦ ਕੇ ਆਖਿਆ ਵੀ ਇਹਦੇ ਸਿਰ ਦੇ ਉੱਪਰ ਗੰਦਗੀ ਕਰੋ। ਔਰ ਲੋਕਨ ਤੇ ਸੀਸ ਮੁਤਾਇਓ। ਸੋ ਜਿਵੇਂ ਚੰਦੂ ਨੂੰ ਬੁਰਾ ਹਾਲ ਕੀਤਾ, ਬਾਬੇ ਵਿਧੀ ਚੰਦ ਤੇ ਭਾਈ ਪੁਰਾਣੇ ਦੇ ਹੱਥ ਪੜਾਇਆ ਮਹਾਰਾਜ ਨੇ, ਟਕਾ ਟਕਾ ਮੰਗਾ ਕੇ ਉਹਨੂੰ ਮਰਵਾਇਆ। ਤੇ ਭੜਕੂਜੇ ਨੇ ਜਿਹਦੇ ਕੋਲੋਂ ਜ਼ਬਰਦਸਤੀ ਰੇਤਾ ਖਵਾਇਆ ਸੀ, ਉਹਨੇ ਸਿਰ 'ਚ ਮਾਰ ਕੇ ਇਹਦਾ ਘੋਗਾ ਜਿੱਤ ਕੀਤਾ। ਇਹ ਸਾਰੇ ਲੋਕਾਂ ਨੂੰ ਆਖਿਆ ਇਹਨੇ ਤੁਹਾਨੂੰ ਦੁਖੀ ਕੀਤਾ ਸੀਗਾ
ਇਹਦੇ ਸਿਰ ਦੇ ਉੱਪਰ ਯੂਰਿਨ ਕਰਿਆ ਕਰੋ। ਦੋਹਰਾ ਐਸੀ ਕੌੜਾ ਮਲ ਕਰੀ। ਦੀਵਾਨ ਕੌੜਾ ਮਲ ਨਹੀਂ, ਮਿੱਠਾ ਮਲ। ਇਹਨੇ ਲੱਖੂ ਦੀ ਬਾਗ ਬਣਾ ਕੇ ਉਹਦੀ ਕਰਨੀ ਦਾ ਫਲ ਇਸ ਤਰ੍ਹਾਂ ਨੂੰ ਭੁਗਤਾਇਆ। ਲੱਖੂ ਬਾਗ ਬਣਾਏ। ਇਹ ਲੱਖੂ ਦੁਸ਼ਟ ਦੀ ਇਹੋ ਜਿਹੀ ਬਾਗ ਬਣਾਈ ਉਹਨੇ। ਦੀਵਾਨ ਮਿੱਠਾ ਮਨ ਨੇ ਇਹੋ ਜਿਹੀ ਹਾਲਤ ਕੀਤੀ ਇਹਦੀ। ਜੈਸੀ ਕੀਨੀ ਥੀ ਉਹਨੇ ਇਹੋ ਜਿਹੀ ਉਹਨੇ ਕਰਤੂਤ ਕੀਤੀ ਸੀਗੀ। ਸੋ ਉਨ ਪਾਈ ਸਜਾ ਹੈ। ਉਹਦੀ ਸਜ਼ਾ ਪਾ ਲਈ ਉਹਨੇ। ਉਹਨੂੰ ਉਸਦੇ ਕੀਤੇ ਅਤਿਆਚਾਰਾਂ ਦਾ ਫਲ ਭੁਗਤਾਇਆ ਹੈ। गुरु के सहज तारी सिख दीवान कौड़ा मल, दीवान मिठा मलने, क्योंकि पापी के मारने को पाप महाबली है। ये अमृतधारी नहीं सीगा, पर फिर भी जिन्हें सिखा का दरिया किया। रतन सिंह ने जिम सुनी तिम दई लिखाए। सरदार रतन सिंह जी भंगू कहते कि जिवें मैं सुनिया बजुर्गों तो और गुरसिख सियाणे पुरुषों तो, उवें मैं कैप्टन मरे साहब को लिखवा दिता है इतिहास सिंघां दा। 1875 साल विक्रमी राय। विक्रमाजीत राजे का संमत जदों भी कोई बंदा जमदा ਉਹਦਾ ਸੰਮਤ ਉਹਦੇ ਜੰਮਣ ਤੋਂ ਸ਼ੁਰੂ ਹੋ ਜਾਂਦਾ ਹੈ। ਆਮ ਲੋਕਾਂ ਦੇ ਸੰਮਤ ਦੁਨੀਆ ਨਹੀਂ ਅਪਣਾਉਂਦੀ। ਮਹਾਰਾਜਾ ਵਿਕਰਮਾਜੀਤ ਮਹਾਤਮਾ ਰਾਜਾ ਹੋਇਆ, ਇਸ ਲਈ ਵਿਕਰਮਾਜੀਤ ਰਾਜੇ ਦਾ ਬਰਥਡੇ ਜਨਮ ਦਿਨ ਉਹਦੇ ਤੋਂ ਉਹਦਾ ਸੰਮਤ ਚੱਲਿਆ ਤੇ ਲੋਕਾਂ ਨੇ ਉਹਨੂੰ ਅਪਣਾਇਆ। ਉਹਨੂੰ ਵਿਕਰਮੀ ਸੰਮਤ ਬੋਲਦੇ ਨੇ। 1800 ਤੋਂ 5 ਉੱਤੇ यानी 1805 विक्रमी संवत सीगा उस मौके, जिस समय ये सारी कहानी वापरी जो आपको श्रवण करवाई है। दोहरा तबै खाल से दुख लयो, विच झाड़न अड़ियो न जाए। तद खालसे ने दुख प्राप्त किया, बड़िया मुश्किलों का टाकरा किया। झाड़ा विच तां दुश्मन नाल अड़िया नहीं जाता। किले होण तां डट के लड़न, किला नहीं, कोट कंध नहीं, आसरा नहीं। तोपां वाले बंदूकां ते बहुते मुल्कां वाले जिवें मर्जी भई करन। दरियावां चों लंघण वास्ते बेड़ा कोई नहीं, कोई हिम्मत नाल तर के लंघ जाए सो लंघ जाए, दूजा दरिया दे विच डुੱਬਦਾ ही सीगा। इउं ਸਿੰਘਾਂ ने बड़ा दुख लिया। लड़िए कंदन विच खड़ो कीनी ਸਿੰਘਨ सलाहे। ਹੁਣ ਫਿਰ ਸਿੰਘਾਂ ਨੇ ਇਕੱਠੇ ਹੋ ਕੇ ਸਲਾਹ ਕੀਤੀ, ਗੁਰਮਤਾ ਸੋਧਿਆ ਕਿ ਹੁਣ ਆਪਾਂ ਕੋਈ ਕਿਲਾ ਕੋਟ ਬਣਾਈਏ, ਕੋਈ ਆਸਰਾ ਕਰੀਏ ਜਿਹਦੇ ਆਸਰੇ ਅਸੀਂ ਲੜੀਏ ਤੁਰਕਾਂ ਦੇ ਨਾਲ। ਚੌਪਈ ਤਬ ਚਾਹੇ ਸਿੰਘ ਕੰਧ ਬਣਾਈ। ਤਦ ਸਿੰਘ ਚਾਹੁੰਦੇ ਨੇ ਕੋਈ ਨਾ ਕੋਈ ਕੰਧ ਉਸਾਰੀਏ, ਕੋਟ ਬਣਾਈਏ ਕੋਈ ਨਾ ਕੋਈ ਜਿਹਦੇ ਆਸਰੇ ਆਪਾਂ ਲੜਾਈ ਕਰੀਏ। ਅੜਨੋਂ ਲੜਨੋਂ ਮਰਨੋਂ ਵਾਈ। ਦੁਸ਼ਮਣ ਅੜਨ ਲੜਨ ਵਾਸਤੇ ਅਤੇ ਮਾਰਨ ਵਾਸਤੇ ਕੋਈ ਨਾ ਕੋਈ ਆਸਰਾ ਬਣਾਈਏ। ਉਹ ਕਹੇ ਲਿਓ ਕਿਲਾ ਮਲ। ਹੁਣ ਸਿੰਘ ਗੁਰਮਤਿ ਕਰਦੇ ਨੇ, ਕਈ ਸਿੰਘ ਸਲਾਹ ਦਿੰਦੇ ਨੇ ਕਿ ਆਪਾਂ ਕਿਲਾ ਮੰਨ ਲਓ। ਜਿਹੜਾ ਸ੍ਰੀ ਅੰਮ੍ਰਿਤਸਰ ਕਿਲਾ ਖੜਾ ਗੋਬਿੰਦਗੜ੍ਹ ਕਹਿੰਦੇ ਇਹਨੂੰ ਮੰਨ ਲਈਏ, ਇਹਦੇ ਵਿੱਚ ਜਾ ਵੜੀਏ। ਉਹ ਕਹੇ ਝਾੜੀ ਹੀ ਭਲ। ਸਿੰਘ ਆਪੋ ਆਪਣੀ ਸਲਾਹ ਦਿੰਦੇ ਨੇ, ਕੋਈ ਕਹਿੰਦੇ ਨਹੀਂ ਵੀ ਝਾੜਾ 'ਚ ਠੀਕ ਹੈ, ਜੰਗਲ ਆਦਿਕ ਵਿੱਚ ਅਗਾਂਹ ਤਾਂ ਹੋ ਜਾਵਾਂਗੇ ਜੇ ਬਹੁਤੀ ਫੌਜ ਆ ਗਈ। ਜੁੜ ਸਿਆਣਨ ਨੇ ਆਖੀ ਫੇਰ। ਫਿਰ ਜਿਹੜੇ ਦਾਨੇ ਪ੍ਰਧਾਨੇ ਸਿੰਘ ਸੀ, ਸਿਆਣੇ ਸਿੰਘਾਂ ਸਾਰਿਆਂ ਦਾ ਮਤਾ ਸੁਣਿਆ ਤੇ ਸਿਆਣਿਆਂ ਨੇ ਉੱਤਰ ਦਿੱਤਾ ਹੈ। ਬਿਨਾ ਆਸਰੇ ਬਚੇ ਨਾ ਸ਼ੇਰ। ਖਾਲਸਾ ਜੀ, ਜਿੰਨਾ ਚਿਰ ਆਸਰਾ ਨਾ ਹੋਵੇ, ਸ਼ੇਰ ਜੰਗਲ ਦਾ ਬਾਦਸ਼ਾਹ ਹੁੰਦਾ, ਬਿਨਾ ਆਸਰੇ ਤੋਂ ਉਹ ਵੀ ਨਹੀਂ ਬਚਦਾ, ਸ਼ਿਕਾਰੀ ਮਾਰ ਲੈਂਦੇ ਨੇ। ਉਹ ਵੀ ਬਚੇ ਆਸਰੇ ਝੱਲ। ਸ਼ੇਰ ਜਿੱਥੇ ਸ਼ਿਕਾਰ ਕਰਦਾ ਉਸ ਤੋਂ 100 ਕੋਹ ਤੇ ਉਹਦਾ ਟਿਕਾਣਾ ਹੁੰਦਾ ਹੈ ਜਿੱਥੇ ਉਹ ਰਹਿੰਦਾ ਹੈ। ਜੇ ਝੱਲ ਨਾ ਹੋਵੇ, ਸੰਘਣਾ ਜੰਗਲ ਨਾ ਹੋਵੇ ਤਾਂ ਸ਼ੇਰ ਵੀ ਨਹੀਂ ਬਚ ਸਕਦਾ, ਉਹ ਵੀ ਝੱਲ ਦੇ ਆਸਰੇ ਹੀ ਬਚਦਾ ਹੈ। ਲਾਏ ਦੀਵਾਨ ਖਾਲਸੇ ਕਰੀ ਗੱਲ। ਕਿਉਂ ਖਾਲਸਾ ਪੰਥ ਨੇ ਦੀਵਾਨ ਲਾ ਕੇ ਗੁਰਮਤਿ ਸੋਧਿਆ। ਸਿੰਘ ਸਿਦਕੀਆਂ ਨੇ ਵਿਚਾਰੀ। ਜਿਹੜੇ ਸਿਦਕੀ ਸਿੰਘ ਸੀਸ ਤਲੀ ਤੇ ਧਰੀ ਫਿਰਦੇ ਸਨ ਪੰਥ ਦੀ ਖਾਤਰ, ਉਹਨਾਂ ਵਿਚਾਰ ਕੀਤੀ ਹੈ। ਕਿਮ ਲੜੀਐ ਔਰ ਕਿਲੇ ਮਝਾਰੀ। ਕਿਵੇਂ ਲੜੀਏ ਹੋਰ ਕਿਲੇ ਵਿੱਚ। ਚੋਰ
ਹੋਤ ਅੰਮ੍ਰਿਤਸਰ ਗੁਰ ਦਰਬਾਰ। ਗੁਰੂ ਸਾਹਿਬ ਜੀ ਦਾ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਛੱਡ ਕੇ ਕਿਤੇ ਹੋਰ ਕਿਲਾ ਬਣਾਈਏ, ਕਿਉਂਕਿ ਗੁਰੂ ਕੀ ਨਗਰੀ ਦਾ ਨੁਕਸਾਨ ਨਾ ਹੋਵੇ। ਕੈਰੋ ਪਾਂਡੂ ਮੂਏ ਭੂਮ ਵਿਚਾਰ। ਕੈਰੋ ਪਾਂਡੂ ਵੀ ਧਰਤੀ ਦੀ ਵਿਚਾਰ ਕਰਕੇ ਮਰੇ ਸਨ ਕਿ ਜੰਗ ਯੁੱਧ ਵਾਸਤੇ ਕਿਹੜੀ ਧਰਤੀ ਯੋਗ ਹੈ। ਫਿਰ ਉਹਨਾਂ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਸਾਰਾ ਇਹ ਜੰਗ ਦਾ ਸਾਜ਼ਬਾਜ਼ ਕੀਤਾ। ਦੋਹਰਾ ਜੈਸੀ ਭੂਮ ਕੁਲ ਛੇਤਰੀ ਤੈਸੀ ਦਿਗ ਗੁਰਦੁਆਰ। ਸਾਰੇ ਸਿੰਘਾਂ ਨੇ ਵਿਚਾਰ ਕੀਤੀ ਹੈ ਖਾਲਸਾ ਜੀ, ਉਹੀ ਕੁਰੂਕਸ਼ੇਤਰ ਵੇਖ ਕੇ ਲੜੇ ਸਨ, ਇੱਥੇ ਲੜੀ, ਇਹ ਧਰਤੀ ਚੰਗੀ ਹੈ ਲੜਨ ਦੇ ਵਾਸਤੇ। ਜਿਵੇਂ ਉਹਨਾਂ ਨੇ ਕੁਰੂਕਸ਼ੇਤਰ ਲੱਭਿਆ ਸੀ, ਸਾਡੇ ਵਾਸਤੇ ਸਾਡੇ ਗੁਰੂਆਂ ਦਾ ਦਰਬਾਰ ਸ੍ਰੀ ਅੰਮ੍ਰਿਤਸਰ ਪਵਿੱਤਰ ਹੈ। ਇੱਥੇ ਮਰਾਂਗੇ ਤਾਂ ਗੁਰੂ ਸਾਡਾ ਰਾਖਾ ਹੋਊਗਾ। ਸਾਡੇ ਵਾਸਤੇ ਸ੍ਰੀ ਅੰਮ੍ਰਿਤਸਰ ਕੁਰੂਕਸ਼ੇਤਰ ਦੀ ਧਰਤੀ ਵਾਂਗ ਜੋ ਆਪਾਂ ਆਪਣੀ ਸਲਾਹ ਦਿੰਦੇ ਨੇ। ਮਰੈ ਸੋ ਡਿਗ ਗੁਰਦੁਆਰ ਕੇ ਸਿੱਖ ਹੋ ਸੋ ਜਨਮ ਹਜ਼ਾਰ। ਜੇ ਅਸੀਂ ਗੁਰਦੁਆਰੇ ਦੇ ਨੇੜੇ ਪਰਿਕਰਮਾਸ਼ੀਲ ਹੋਵਾਂਗੇ ਤਾਂ ਹਜ਼ਾਰਾਂ ਜਨਮ ਸਿੱਖਾਂ ਦੇ ਘਰ ਦੇਵਾਂਗੇ। ਗੁਰੂ ਸਿੱਖ ਬਣਾਂਗੇ, ਲੜਾਂਗੇ, ਮਰਾਂਗੇ, ਗੁਰੂ ਕੀ ਬਾਣੀ ਪੜਾਂਗੇ, ਗੁਰੂ ਕੀ ਜਥੇਬੰਦੀ ਵਿੱਚ ਰਹਾਂਗੇ। ਜਾਓ ਪਈ ਤਬੈ ਭੂਮਿਕਾ ਦੇਖਣ ਚਾਹੈ। ਤਦ ਸਿੰਘਾਂ ਨੇ ਕਿਲਾ ਬਣਾਉਣ ਵਾਸਤੇ ਯੋਗ ਧਰਤੀ ਵੇਖਣੀ ਚਾਹੀ ਹੈ ਕਿ ਕਿਹੜੀ ਐਸੀ ਧਰਤੀ ਜਿੱਥੇ ਖਾਲਸਾ ਕਿਲਾ ਬਣਾਏ। ਇਹੀ ਬਾਤ ਇੱਕ ਸਿਆਣੇ ਹੈ। ਇੱਕ ਸਿਆਣੇ ਸਿੰਘ ਨੇ ਬਚਨ ਆਖਿਆ ਹੈ। ਪੰਜ ਸਾਰ ਜੋ ਗੁਰੂ ਬਣਾਏ। ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਜੋ ਗੁਰੂ ਸਾਹਿਬ ਨੇ 5 ਸਰੋਵਰ ਬਣਾਏ ਸਨ। ਇਹ ਜੋ 5 ਤੀਰਥ ਸ੍ਰੀ ਅੰਮ੍ਰਿਤਸਰ, ਸ੍ਰੀ ਕੌਲਸਰ, ਸ੍ਰੀ ਰਾਮਸਰ, ਸ੍ਰੀ ਵਿਵੇਕਸਰ ਤੇ ਸ੍ਰੀ ਸੰਤੋਖਸਰ ਸਾਹਿਬ ਜੀ ਹਨ। ਕੁਰੂਕਸ਼ੇਤਰ ਤੇ ਅਦਿਕ ਰਚਾਏ। ਇਹਨਾਂ ਸਰੋਵਰਾਂ ਦਾ ਕੁਰੂਕਸ਼ੇਤਰ ਦੀ ਧਰਤੀ ਤੋਂ ਜ਼ਿਆਦਾ ਮਹੱਤਵ ਹੈ। ਅਕਾਲ ਪੁਰਖ ਨੇ ਵੀ ਚਰਨ ਪਾਏ ਨੇ ਇੱਥੇ। ਅੰਮ੍ਰਿਤ ਸਰੋਵਰ ਤੋਂ ਅਧਿਕ ਹੋਰ ਕੋਈ ਧਰਤੀ ਪਵਿੱਤਰ ਨਹੀਂ ਹੈ। ਕਿਉਂ ਆਪਸ ਦੇ ਵਿੱਚ ਇਹ ਗੁਰਮਤਾ ਅਜੇ ਹੋ ਰਿਹਾ ਹੈ। ਆਖਰ ਰਾਮ ਰੌਣੀ ਇੱਕ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ। ਅੰਮ੍ਰਿਤਸਰ ਤੋਂ ਜਦ ਖੇਮ ਕਰਨ ਬਾਰਡਰ ਤੋਂ ਜਾਈਏ, ਇੱਕ ਤਾਂ ਟਾਰੀ ਵਾਹਗਾ ਬਾਰਡਰ ਛਿਆਟੇ ਵਾਲਾ ਰੋਡ, ਇੱਕ ਖੇਮ ਕਰਨ ਵਾਲਾ ਵੱਖਰਾ ਰੋਡ ਹੈ ਜਿਹਦੇ ਤੇ ਪਹਿਲਾਂ ਬੀੜ ਬਾਬਾ ਬੁੱਢਾ ਸਾਹਿਬ, ਫਿਰ ਝਬਾਲ ਆਉਂਦਾ, ਝਬਾਲ ਤੋਂ ਅੱਗੇ ਭਿੱਖੀਵਿੰਡ ਆਉਂਦਾ ਹੈ ਤੇ ਉਸੇ ਪਾਸੇ ਹੀ ਰਾਮ ਰੌਣੀ ਪਿੰਡ ਹੈ। ਇਸ ਤਰ੍ਹਾਂ ਇਹਨਾਂ ਨੇ ਗੁਰਮਤਾ ਸੋਧਿਆ ਹੈ। ਉਹ ਅਗਲੀ ਵਿਚਾਰ ਕਾਦੀ ਦੀਵਾਨ ਵਿੱਚ ਸਰਵਣ ਕਰਿਓ ਜੀ। ਉਹਨਾਂ ਤੱਕ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਣੀ। ਕੁਰੂਕਸ਼ੇਤਰ ਤੇ ਅਦਿਕ ਰਚਾਏ। ਇਸ ਤੇ ਭੂਮ ਔਰ ਕਤ ਫਲੀ। ਇਹ ਤਜ ਔਰ ਲਈਏ ਜਗ ਚਲੀ। ਵਾਹਿਗੁਰੂ ਜੀ ਕਾ ਖਾਲਸਾ।